ਸਤਨਾਮ ਵਾਹਿਗੁਰੂ ਸਾਹਿਬ ਜੀਓ। ਭਾਈ ਬੁੱਢੇ ਆਦਿਕ ਸਾਰੇ ਪਹੁੰਚੇ ਸਿੱਖ ਆਏ ਗੁਰਦੁਆਰੇ। ਦੋਨੋਂ ਪੁੱਤਰ ਆਏ ਤਤਕਾਲ ਜਬ ਪੂਰਨ ਵੀ ਸਭਾ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸਜ ਬੈਠੇ ਪਰਮ ਸਤਿਕਾਰਯੋਗ ਵਡਭਾਗੀ ਗੁਰੂ ਸਵਾਰੀ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਦੀਵਾਨ 'ਚ ਸਤ ਸੰਗਤ ਵਿੱਚ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਸੁਖਮਨੀ ਸਾਹਿਬ ਜੀ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਗੁਰਦੇਵ ਕਹਿੰਦੇ ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾਏ ਉਧਾਰੀ। ਜੈ ਮਹਾ ਪਿਆਨ ਦੂਧ ਜਮ ਦਲੇ, ਤੇ ਹਰ ਕਾ ਨਾਮ ਸੰਗ ਤੇਰੇ ਚਲੇ। ਨਾਮ ਦੀ ਮਹਿਮਾ ਗਾਇਨ ਕਰਦਿਆਂ ਸਤਿਗੁਰੂ ਜੀ ਨੇ ਸਾਨੂੰ ਗੁਰੂ ਦੀ ਮੱਤ ਰਾਹੀਂ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦੀ ਗੱਲ ਕਹੀ ਹੈ। ਨਾਮ ਦੀ ਚਰਚਾ ਹੋਰਨਾਂ ਮੱਤਾਂ 'ਚ ਵੀ ਹੈ। ਜੋਗੀ ਵੀ ਨਾਮ ਦੀ ਗੱਲ ਕਰਦੇ ਨੇ, ਰਾਧਾ ਸੁਆਮੀ ਵੀ ਨਾਮ ਦੀ ਗੱਲ ਕਰਦੇ ਨੇ, ਔਰ ਕਈ ਮਤਾਂਤਰ ਸੰਪਰਦਾਵਾਂ ਨਾਮ ਦੀ ਗੱਲ ਕਰਦੀਆਂ ਨੇ। ਪਰ ਗੁਰਮਤ ਨਾਮ ਵਿੱਚ ਕੀ ਫਰਕ ਹੈ? ਗੁਰਬਾਣੀ ਪਰਮਾਤਮਾ ਦੇ ਨਾਮ ਦੀ ਗੱਲ ਕਰਕੇ ਸਾਨੂੰ ਪਰਮਾਤਮਾ ਵਰਗੇ ਬਣਨ ਦੀ ਗੱਲ ਕਰਦੀ ਹੈ। ਨਾਮ ਜਪਣ ਵਾਲਾ ਨਿਰਭਉ ਹੋ ਜਾਂਦਾ ਹੈ, ਨਾਮ ਜਪਣ ਵਾਲਾ ਨਿਰਵੈਰ ਹੋ ਜਾਂਦਾ ਹੈ, ਨਾਮ ਜਪਣ ਵਾਲਾ ਸਮੁੱਚੀ ਮਾਨਵਤਾ ਨਾਲ ਪਿਆਰ ਕਰਦਾ ਹੈ। ਅਸੀਂ ਇਹ ਦੇਖਣਾ ਹੈ, ਮਾਨਵਤਾ ਦੇ ਇਤਿਹਾਸ ਨੂੰ ਵਿਚਾਰਦੇ ਹਾਂ। ਇੱਕ ਬੰਨੇ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਤੇ ਉਸ ਮਾਰਗ ਤੇ ਚੱਲ ਕੇ ਉਹ ਯੋਧੇ ਪੈਦਾ ਹੋਏ। ਨਾਮ ਜਪਣ ਦਾ ਅਰਥ ਇਹ ਨਹੀਂ ਹੈ ਕਿ ਨਾਮ ਨਾਲ ਜੁੜ ਕੇ ਅਸੀਂ ਦੁਨੀਆ ਤੋਂ ਵੱਖਰੇ ਹੋ ਜਾਣੇ ਜਾਂ ਟੁੱਟ ਜਾਣੇ ਜਾਂ ਕੇਵਲ ਆਪਣੇ ਲਈ ਜਿਉਣੇ। ਨਾਮ ਕੇਵਲ ਆਪਣੇ ਤੱਕ ਸੀਮਿਤ ਰਹਿਣ ਦੀ ਗੱਲ ਨਹੀਂ ਕਰਦਾ ਜਾਂ ਆਪਣੇ ਪਰਿਵਾਰ ਤੱਕ ਸੀਮਿਤ ਰਹਿਣ ਦੀ ਗੱਲ ਨਹੀਂ ਕਰਦਾ। ਨਾਮ ਮਨੁੱਖ ਨੂੰ ਸਮੁੱਚੀ ਮਾਨਵਤਾ ਦੇ ਨਾਲ ਜੋੜਦਾ ਹੈ। ਇਹ ਗੁਰਮਤਿ ਨਾਮ ਵਿੱਚ ਫਰਕ ਹੈ, ਕਿਉਂਕਿ ਜਦੋਂ ਨਾਮ ਦੀ ਗੱਲ ਹੁੰਦੀ ਹੈ ਲੋਕੀ ਕਹਿੰਦੇ ਰਾਧਾ ਸੁਆਮੀ ਵੀ ਨਾਮ ਜਪਦੇ ਨੇ, ਮੁਬਾਰਕ ਹੈ ਜਪਦੇ ਨੇ, ਹੋਰ ਮਤਾਂਤਰਾਂ ਵਾਲੇ ਵੀ ਜਪਦੇ ਨੇ। ਪਰ ਆਪਾਂ ਦੇਖਣਾ ਕਿ ਉਹ ਨਾਮ ਜਪਣ ਵਾਲਿਆਂ ਨੇ ਸਮਾਜ ਲਈ ਕੀ ਕੀਤਾ, ਮਾਨਵਤਾ ਲਈ ਵੀ ਕੀਤਾ। ਇਸ ਮਨੁੱਖੀ ਸਭਿਅਤਾ ਦੀ ਖਾਤਰ ਉਹਨਾਂ ਦੀ ਕੀ ਕੁਰਬਾਨੀ ਹੈ। ਜਦੋਂ ਅਸੀਂ ਗੁਰਮਤਿ ਨਾਮ ਦੀ ਗੱਲ ਕਰਦੇ ਹਾਂ ਤੇ ਗੁਰੂ ਦੀ ਮੱਤ ਰਾਹੀਂ ਨਾਮ ਜਪਣ ਵਾਲਿਆਂ 'ਚ ਉਹ ਯੋਧੇ ਪੈਦਾ ਹੋਏ ਜਿਹੜੇ ਸਿਰ ਤਲੀ ਤੇ ਰੱਖ ਕੇ ਲੜਦੇ ਰਹੇ, ਜਿਨ੍ਹਾਂ ਨੇ ਬੰਦ ਕਟਵਾਏ ਨੇ, ਜਿਨ੍ਹਾਂ ਨੇ ਜਮੂਰਾਂ ਨਾਲ ਆਪਣੇ ਆਪ ਨੂੰ ਤੁੜਾਇਆ, ਲੇਕਿਨ ਫਿਰ ਵੀ ਉਹ ਰੱਬ ਦੇ ਪਿਆਰ ਜੁੜੇ ਰਹੇ। ਉਹ ਆਪਣੇ ਸਵਾਰਥ ਲਈ ਨਹੀਂ ਉਹਨਾਂ ਨੇ ਕੁਝ ਕੀਤਾ ਜਾਂ ਪਰਿਵਾਰ ਲਈ ਜਾਂ ਆਪਣੀ ਨਿੱਜੀ ਜਾਇਦਾਦਾਂ ਲਈ, ਸਿਰਫ ਤਾਂ ਸਿਰਫ ਮਨੁੱਖਤਾ ਦੀ ਆਜ਼ਾਦੀ ਦੇ ਲਈ, ਇਸ ਮਨੁੱਖੀ ਸਮਾਜ ਦੇ ਲਈ। ਇਸ ਕਰਕੇ ਗੁਰਮਤਿ ਨਾਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦਾ ਅਰਥ ਹੁੰਦਾ ਹੈ ਕਿ ਰੱਬ ਦੇ ਪਿਆਰ ਜੁੜ ਕੇ ਕੋਈ ਮਨੁੱਖ ਰੱਬ ਵਰਗਾ ਬਣ ਜਾਵੇ। ਜਿਵੇਂ ਰੱਬ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਹੈ, ਨਾਮ ਜਪਣ ਵਾਲਾ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰੇ। ਇਹ ਠੀਕ ਹੈ, ਹੋਰ ਮੱਤਾਂ 'ਚ ਵੀ ਨਾਮ ਦੀ ਗੱਲ ਹੈ, ਪਰ ਜੇ ਸਾਰੇ ਮਤ ਨਾਮ ਦੀ ਹੀ ਗੱਲ ਕਰਦੇ ਨੇ ਤੇ ਫਿਰ ਸਾਰੀ ਦੁਨੀਆ ਸਰਬੱਤ ਦੇ ਭਲੇ ਦੀ ਗੱਲ ਕਿਉਂ ਨਹੀਂ ਕਰਦੀ? ਫਿਰ ਸੰਪਰਦਾਇਕਤਾ ਕਿਉਂ ਹੈ? ਧਰਮ ਦੇ ਨਾਂ ਤੇ ਲੜਾਈਆਂ ਕਿਉਂ ਨੇ? ਉਹਦਾ ਅਰਥ ਹੈ ਕਿ ਉਹ ਨਾਮ ਨਹੀਂ ਹੈ ਜੋ ਕੁਝ ਵੀ ਉਹਨਾਂ ਦਾ ਮੁਬਾਰਕ ਹੈ, ਲੇਕਿਨ ਨਾਮ ਦਾ ਅਰਥ ਹੈ ਕਿ ਪ੍ਰਮਾਤਮਾ ਵਰਗੇ ਬਣ ਕੇ ਨਿਰਭਉ ਨਿਰਵੈਰ ਹੋ ਕੇ ਸਰਬੱਤ ਦੇ ਭਲੇ ਲਈ ਵਿਚਰਨਾ। ਤੇ ਜਿਵੇਂ ਪ੍ਰਮਾਤਮਾ ਮਨੁੱਖਤਾ ਦੀ ਖਾਤਰ ਆਪਣਾ ਸਭ ਕੁਝ ਵੰਡੀ ਜਾ ਰਿਹਾ, ਜੋ ਕੁਝ ਹੈ ਮਾਨਵਤਾ ਲਈ ਹੈ। ਨਾਮ ਜਪਣ ਵਾਲਾ ਵੀ ਬ੍ਰਹਮ ਗਿਆਨੀ ਪਰਉਪਕਾਰ ਹੋ ਮਾਹ, ਹਮੇਸ਼ਾ ਪਰਉਪਕਾਰ ਲਈ ਵਿਚਰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਰਾਹੀਂ ਪ੍ਰਮਾਤਮਾ ਦਾ ਸਿਮਰਨ ਕਰੋਗੇ ਨਾ, ਨਾਨਕ ਪਾਵੋ ਸੁਖ ਕਨੇਰੇ। ਕਨੇਰੇ ਦਾ ਅਰਥ ਬੇਅੰਤ ਅਨੰਤ ਸੁਖ ਤੁਹਾਨੂੰ ਮਿਲੇਗਾ। ਸਤਿਗੁਰੂ ਮਿਹਰ ਕਰਨ, ਗੁਰਬਾਣੀ ਰਾਹੀਂ ਸਾਨੂੰ ਉਸ ਨਾਮ ਦੀ ਮਹਾਨਤਾ ਦਾ ਪਤਾ ਚੱਲ ਸਕੇ, ਅਸੀਂ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾ ਸਕੀਏ। ਜੀ ਜਿੱਥੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ, ਗੁਰ ਇਤਿਹਾਸ ਵਿੱਚੋਂ ਹਰ ਰੋਜ਼ ਆਪ ਜੀ ਜੋ ਕਥਾ ਸ਼ਰਵਣ ਕਰਦੇ ਹੋ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਚੱਲ ਰਹੀ ਹੈ। ਵਾਰਤਾ ਇਹ ਚੱਲ ਰਹੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ, ਜਿਨ੍ਹਾਂ ਦਾ ਨਾਂ ਰਾਮਦਾਸ ਜੀ ਸੀ, ਘਰ 'ਚ ਵੱਡੇ ਬੱਚੇ ਹੋਣ ਕਰਕੇ ਜੇਠਾ ਕਿਹਾ ਜਾਂਦਾ ਸੀ। ਜਿਵੇਂ ਆਪਣੇ ਪਰਿਵਾਰਾਂ 'ਚ ਆਪਾਂ ਦੇਖਦੇ ਜੇਠਾ ਪੁੱਤਰ ਹੁੰਦਾ ਹੈ, ਜੇਠੀ ਧੀ ਹੁੰਦੀ ਹੈ, ਵੱਡੇ ਨੂੰ ਜੇਠਾ ਕਿਹਾ ਜਾਂਦਾ ਸੀ, ਲੇਕਿਨ ਨਾਮ ਇਹਨਾਂ ਦਾ ਰਾਮਦਾਸ ਸੀ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਸੇਵਾ ਤੇ ਤਰੁੱਠ ਕੇ ਇਹਨਾਂ ਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਦਿੱਤੀ ਹੈ। ਔਰ ਇਸ ਦੇ ਨਾਲ ਹੀ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਬੁਲਾ ਲਿਆ, ਸਾਰੀ ਸੰਗਤ ਨੂੰ ਬੁਲਾ ਲਿਆ।
ਜੋ ਬਚਨ ਸਤਿਗੁਰੂ ਜੀ ਇਹਨਾਂ ਨੂੰ ਸੰਬੋਧਨ ਕਰਕੇ ਕਹਿਣਗੇ, ਇਹ ਵਾਰਤਾ ਅੱਜ ਆਪਾਂ ਨੇ ਸੁਣਨੀ ਹੈ। ਆਓ ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ, ਗੁਰੂ ਚਰਨਾਂ ਨਾਲ ਜੁੜਦੇ ਆ, ਮੁਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਭਾਈ ਬੁੱਢੇ ਆਦਿਕ ਸਾਰੇ ਪਹੁੰਚੇ ਸਿੱਖ ਆਏ ਗੁਰਦੁਆਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬੰਨੇ ਭਾਈ ਬੱਲੂ ਜੀ ਨੂੰ ਕਹਿ ਕੇ ਰਾਮਦਾਸ ਜੀ ਨੂੰ ਇਹ ਕਿਹਾ ਕਿ ਇਸ਼ਨਾਨ ਕਰਕੇ ਆਓ, ਸੋਹਣੇ ਵਸਤਰ ਪਵਾਏ ਨੇ, ਤੇ ਸਤਿਗੁਰੂ ਜੀ ਨੇ ਉਹਦੇ ਨਾਲ ਹੀ ਸਾਰੀ ਸੰਗਤ ਨੂੰ ਬੁਲਾ ਲਿਆ, ਗੁਰਸਿੱਖਾਂ ਨੂੰ, ਮੁਖੀਆਂ ਨੂੰ ਬੁਲਾ ਲਿਆ, ਆਪਣੇ ਪਰਿਵਾਰ ਨੂੰ ਬੁਲਾ ਲਿਆ, ਜਿਨ੍ਹਾਂ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਾਂ। ਉਹਨਾਂ ਨੂੰ ਭਾਈ ਬੁੱਢਾ ਜੀ ਨਾਮ ਸੀ, ਅਸੀਂ ਸਤਿਕਾਰ ਵਿੱਚ ਬਾਬਾ ਬੁੱਢਾ ਜੀ ਕਹਿੰਦੇ ਹਾਂ। ਉਹ ਵੀ ਆ ਗਏ ਨੇ, ਹੋਰ ਗੁਰੂ ਕੇ ਸਿੱਖ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਪਹੁੰਚੇ ਹਨ। ਦੋਨੋਂ ਪੁੱਤਰ ਆਏ ਤਤਕਾਲ, ਜਬ ਪੂਰਨ ਪੂਰਨ ਵੀ ਸਦਬਾ ਵਿਸਾਲ। ਗੁਰੂ ਸਾਹਿਬ ਜੀ ਦੇ ਦੋ ਬੇਟੇ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਸਤਿਗੁਰੂ ਜੀ ਦਾ ਸੁਨੇਹਾ ਮਿਲਣ ਤੇ ਇਹ ਵੀ ਆ ਗਏ ਗੁਰੂ ਦਰਬਾਰ 'ਚ। ਜਦੋਂ ਸਾਰੇ ਆ ਕੇ ਜੁੜ ਗਏ ਹਨ, ਇਕੱਠੇ ਹੋ ਗਏ ਹਨ। ਬੋਲੇ ਪ੍ਰਥਮ ਜੁਗਮ ਸੁਤ ਸਾਥ, ਰਾਮਦਾਸ ਕੋ ਟੇਕੋ ਮਾਥ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿਹਾ, ਬੇਟਾ ਅੱਜ ਤੋਂ ਬਾਅਦ ਮੇਰੀ ਜਗ੍ਹਾ ਤੇ ਰਾਮਦਾਸ ਜਿਹੜੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠ ਕੇ ਸੇਵਾ ਕਰਨਗੇ। ਭੱਟਾਂ ਨੇ ਗੁਰੂ ਕੀ ਕੀਰਤੀ ਕਰਦਿਆਂ ਗੱਲ ਕਹੀ ਹੈ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖ ਦੀਨ ਗੁਰੂ ਰਾਮਦਾਸ। ਗੁਰਤਾ ਗੱਦੀ ਕੋਈ ਐਵੇਂ ਗੱਲ ਨਹੀਂ ਹੈ। ਗੁਰਤਾ ਗੱਦੀ ਦਾ ਅਰਥ ਹੁੰਦਾ ਹੈ ਸਮੁੱਚੀ ਮਨੁੱਖਤਾ ਦੀ ਜ਼ਿੰਮੇਵਾਰੀ। ਗੁਰੂ ਨਾਨਕ ਦੇ ਘਰ ਨੇ ਸਮੁੱਚੀ ਮਾਨਵਤਾ ਦੀ ਜ਼ਿੰਮੇਵਾਰੀ ਉਠਾਈ ਹੈ। ਬਾਬਾ ਨਾਨਕ ਜੀ ਜਦੋਂ ਤੁਰਦੇ ਨੇ ਨਾ ਆਪਣੇ ਮਿਸ਼ਨ ਤੇ, ਉਦੋਂ ਉਹ ਇਹ ਪੰਜਾਬ ਦੇ ਲੋਕਾਂ ਲਈ ਨਹੀਂ ਇਕੱਲੇ ਤੁਰਦੇ, ਜਾਂ ਸਿਰਫ ਉਹਨਾਂ ਲਈ ਨਹੀਂ ਕਿ ਜਿਹੜੇ ਉਹਨਾਂ ਨੂੰ ਮੱਥੇ ਟੇਕਦੇ ਨੇ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਚੜਿਆ ਸੋਧਣ ਧਰਤ ਲੁਕਾਈ। ਬਾਬਾ ਨਾਨਕ ਜੀ ਧਰਤੀ ਤੇ ਲੋਕਾਂ ਦਾ, ਮਨੁੱਖਾਂ ਦਾ ਪਾਰ ਉਤਾਰਾ ਕਰਨ ਲਈ ਨਿਕਲੇ। ਤੇ ਗੁਰੂ ਸਾਹਿਬ ਜੀ ਜਦੋਂ ਨਿਕਲਦੇ ਨੇ, ਉਹ ਸਾਰੇ ਧਰਮ ਤੀਰਥਾਂ ਤੇ ਜਾਂਦੇ ਨੇ, ਮੁਸਲਮਾਨਾਂ ਦੇ, ਹਿੰਦੂਆਂ ਦੇ, ਜੈਨੀਆਂ ਦੇ, ਪਾਰਸੀਆਂ ਦੇ, ਬੁੱਧੀਆਂ ਦੇ। ਸਤਿਗੁਰੂ ਜੀ ਕਿੰਨੇ ਮੁਲਕਾਂ 'ਚ ਵਿਚਰਦੇ ਨੇ। ਇਸ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਵਿਲੱਖਣਤਾ ਹੈ ਕਿ ਜਿੰਨੇ ਥਾਵਾਂ ਤੇ ਪੈਦਲ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਤੱਕ ਪਹੁੰਚ ਕੀਤੀ ਹੈ, ਉਹ ਜੇ ਗਿਣਤੀ ਕੀਤੀ ਹੈ ਮੋਟੀ ਮੋਟੀ ਵਿਦਵਾਨਾਂ ਨੇ। ਮਿਰਜ਼ਾ ਗੁਲਾਮ ਅਹਿਮਦ ਜੀ ਕਾਦੀਆਂ ਵਾਲੇ ਹੋਏ ਨੇ, ਕਾਦੀਆਨੀ ਇੱਕ ਪੰਥ ਅਹਿਮਦੀਆਂ ਦਾ, ਉਹਨਾਂ ਦੇ ਮੁਖੀ ਹੋਏ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ 40,000 ਕੋ ਸਫ਼ਰ ਪੈਦਲ ਕੀਤਾ। ਸਤਿਗੁਰੂ ਜੀ ਨੇ ਪੈਦਲ ਸਫ਼ਰ ਕੀਤਾ। 3 ਕਰੋੜ ਲੋਕਾਂ ਨੂੰ ਸਤਿਗੁਰੂ ਜੀ ਨੇ ਉਸ ਵੇਲੇ ਜੀ ਦਾਨ ਦਿੱਤਾ, 3 ਕਰੋੜ ਲੋਕਾਂ ਨੂੰ। ਜੇ ਸਤਿਗੁਰੂ ਜੀ ਦੀ ਉਹ ਮੁਲਕ ਗਿਣਦੇ ਆਪਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੀ ਪ੍ਰਚਾਰਕ ਫੇਰੀ 8 ਸਾਲ ਦੀ ਸੀ। ਸਤਿਗੁਰੂ ਜੀ ਸੁਲਤਾਨਪੁਰ ਤੋਂ ਤੁਰਦੇ ਨੇ, ਪਿੰਡ ਹੋ ਕੇ, ਇਮਨਾਬਾਦ ਹੋ ਕੇ, ਹਰਿਦੁਆਰ ਹੋ ਕੇ, ਕੁਰੂਕਸ਼ੇਤਰ ਹੁੰਦੇ ਹੋਏ ਆਓ ਬਨਾਰਸ ਹੋ ਕੇ ਸਤਿਗੁਰੂ ਜੀ ਉਹ ਢਾਕੇ ਤੱਕ ਚਲੇ ਜਾਂਦੇ ਨੇ। ਢਾਕੇ ਤੋਂ ਜਗਨਨਾਥਪੁਰੀ ਚਲੇ ਜਾਂਦੇ ਨੇ, ਉੱਥੋਂ ਵਾਪਸ ਉੜੀਸਾ ਤੋਂ ਦੀ ਹੁੰਦੇ ਹੋਏ ਸਤਿਗੁਰੂ ਜੀ ਵਾਪਸ ਆਉਂਦੇ ਨੇ। 8 ਸਾਲ ਦਾ ਸਫ਼ਰ ਸਤਿਗੁਰੂ ਜੀ ਦਾ। ਦੂਸਰੀ ਫੇਰੀ ਸਤਿਗੁਰੂ ਜੀ ਦੀ ਦੱਖਣ ਦੀ ਹੈ। ਸਤਿਗੁਰੂ ਜੀ ਰਾਮੇਸ਼ਵਰ ਤੱਕ ਹੋ ਕੇ ਅੱਗੇ ਸ੍ਰੀ ਲੰਕਾ ਤੱਕ ਚਲੇ ਜਾਂਦੇ ਨੇ। ਉੱਥੋਂ ਫਿਰ ਬੰਬੇ ਦੇ ਰਸਤੇ ਹੁੰਦੇ ਹੋਏ, ਰਾਜਸਥਾਨ ਹੁੰਦੇ, ਗੁਜਰਾਤ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਦਿੱਲੀ ਵਿੱਚ ਦੀ ਹੁੰਦੇ ਹੋਏ ਫਿਰ ਵਾਪਸ ਆਉਂਦੇ ਨੇ। ਤੀਸਰੀ ਫੇਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉੱਤਰ ਦੀ ਹੈ, ਔਰ ਜਿੱਧਰ ਆਪਾਂ ਕਹਿ ਲਓ ਪਹਾੜ ਦੀ ਹੈ। ਸਤਿਗੁਰੂ ਜੀ ਤੁਰਦੇ ਨੇ ਜੰਮੂ ਤੋਂ ਹੁੰਦੇ ਹੋਏ, ਲੇਹ ਲਦਾਖ ਹੁੰਦੇ ਹੋਏ, ਤਿੱਬਤ ਹੁੰਦੇ ਹੋਏ, ਚੀਨ ਹੁੰਦੇ ਹੋਏ, ਭੂਟਾਨ ਹੁੰਦੇ ਹੋਏ। ਬੜੀ ਵੱਡੀ ਇਹ ਵੀ ਸਤਿਗੁਰੂ ਜੀ ਦੀ ਪਹਾੜੀ ਇਲਾਕੇ ਦੀ ਫੇਰੀ ਹੈ। ਚੌਥੀ ਫੇਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੈ ਪੱਛਮ ਦੇ ਇਲਾਕੇ ਦੀ। ਸਤਿਗੁਰੂ ਜੀ ਅਫਗਾਨਿਸਤਾਨ ਜਾਂਦੇ ਨੇ, ਬਲੋਚਿਸਤਾਨ ਜਾਂਦੇ ਨੇ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਈਰਾਨ, ਇਰਾਕ, ਸਾਊਦੀ ਅਰਬ ਜਾਂਦੇ ਨੇ। ਔਰ ਈਵਨ ਸਾਡੇ ਕੋਲ ਜੋ ਅੰਕੜੇ ਆਉਂਦੇ ਨੇ, ਯੁਗੰਡਾ ਤੱਕ ਗੁਰੂ ਸਾਹਿਬ ਜੀ ਜਾਂਦੇ, ਤੁਰਕੀ ਤੱਕ ਸਤਿਗੁਰੂ ਜੀ ਜਾਂਦੇ ਨੇ। ਰੋਮ ਜਿਵੇਂ ਵਲਾਇਤ ਕਹਿੰਦੇ ਆਪਾਂ, ਵੈਂਟੀਕਨ ਤੱਕ ਸਤਿਗੁਰੂ ਜੀ ਦੇ ਚਿੰਨ੍ਹ ਜਿਹੜੇ ਨੇ ਜਾਣਦੇ ਮਿਲਦੇ ਨੇ। ਕੁਝ ਸਾਡੇ ਤੱਕ ਪਹੁੰਚ ਨਹੀਂ ਹੋਈ ਜਾਂ ਅਸੀਂ ਪਹੁੰਚ ਨਹੀਂ ਸਕੇ। ਅੰਕੜਿਆਂ 'ਚ ਬਹੁਤ ਸਾਰੀਆਂ ਗੱਲਾਂ ਗੁਪਤ ਨੇ, ਰਹੱਸ ਨੇ, ਜਿਹੜੀਆਂ ਅਸੀਂ ਨਿਲੰਭ ਨਹੀਂ ਸਕੇ। ਕਹਿਣ ਤੋਂ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਾਨਵਤਾ ਦੀ ਜ਼ਿੰਮੇਵਾਰੀ ਲਈ ਸੀ। ਉਹਨਾਂ ਕੋਈ ਇੱਕ ਛੋਟੇ ਜਿਹੇ ਟੁਕੜੇ ਦੀ, ਖਿੱਤੇ ਦੀ ਜਾਂ ਇੱਕ ਵਰਗ ਦੀ ਨਹੀਂ ਸੀ ਲਈ। ਆਈ ਪੰਥੀ ਸਗਲ ਜਮਾਤੀ। ਜਦੋਂ ਬਾਬਾ ਨਾਨਕ ਜੀ ਮਨੁੱਖਤਾ ਦੀ ਗੱਲ ਕਰਦੇ, ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸੇ ਮਾਰਗ ਤੇ ਚੱਲਦਿਆਂ ਗੁਰੂ ਦਾ ਸਿੱਖ ਜਦੋਂ ਅਰਦਾਸ ਕਰਦਾ, ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਉਹ ਸਰਬੱਤ ਮਾਨਵਤਾ ਦੇ ਭਲੇ ਦੀ ਗੱਲ ਕਰਦੇ, ਸਮੁੱਚੇ ਸੰਸਾਰ ਦੇ ਭਲੇ ਦੀ ਗੱਲ ਕਰਦੇ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਨਾਨਕ ਦੀ ਗੱਦੀ ਕੋਈ ਮਾਮੂਲੀ ਗੱਲ ਨਹੀਂ ਹੈ। ਗੁਰੂ ਨਾਨਕ ਦੀ ਗੱਦੀ ਤੇ ਬੈਠਣ ਦਾ ਅਰਥ ਹੈ ਕਿ ਸਮੁੱਚੀ ਮਾਨਵਤਾ ਦੇ ਦੁੱਖਾਂ ਦਾ ਭਾਰ ਆਪਣੇ ਤੇ ਉਠਾ ਲੈਣਾ। ਜੇ ਗੁਰੂ ਨਾਨਕ ਦੀ ਗੱਦੀ ਕੋ ਆਮ ਨਹੀਂ ਹੈ, ਮਾਫ ਕਰਨਾ, ਸਿੱਖ ਬਣਨਾ ਵੀ ਕੋਈ ਆਮ ਗੱਲ ਨਹੀਂ ਹੈ। ਇਹ ਗੱਲ ਠੀਕ ਹੈ ਕਿ ਸਾਨੂੰ ਸਿੱਖ ਦੀ ਤਾਰੀਫ ਕੀ ਹੈ, ਸਿੱਖ ਦੀ ਰਿਸਪੌਂਸਿਬਿਲਿਟੀ ਕੀ ਹੈ, ਡਿਊਟੀ ਕੀ ਹੈ, ਨਹੀਂ ਪਤਾ ਹੋਏ ਤੇ ਮੇਰੇ ਵਰਗਾ ਉਵੇਂ ਸਿੱਖੀ ਲਿਬਾਸ ਪਾ ਕੇ ਕਿ ਜੀ ਮੈਂ ਵੀ ਸਿੱਖ ਹਾਂ, ਲੇਕਿਨ ਉਹ ਲੁੱਟੀ ਜਾਏ। ਲੋਕਾਂ ਨੂੰ ਆਪਣੇ ਪਰਿਵਾਰ ਦੀ ਖਾਤਰ ਬੜੇ ਨੇ ਅੱਜ ਆਪਾਂ ਦੇਖਦੇ, ਆਪਣੇ ਆਪ ਨੂੰ ਪੰਥਕ ਖਵਾਉਂਦੇ ਨੇ, ਪਰ ਪੰਥ ਦੀਆਂ ਜੜ੍ਹਾਂ 'ਚ ਤੇਲ ਦਿੰਦੇ, ਸਿੱਖੀ ਸਿਧਾਂਤਾਂ ਦਾ ਬੇੜਾਗਰ ਕਰੀ ਜਾਂਦੇ ਨੇ, ਮਾਨਵਤਾ ਦੀਆਂ ਉਹ ਧੱਜੀਆਂ ਉਡਾਈ ਚਲੇ ਜਾਂਦੇ ਨੇ। ਸਿੱਖ ਉਹ ਨਹੀਂ ਹੈ ਜਿਹਨੇ ਲਿਬਾਸ ਪਾ ਲਿਆ। ਸਿੱਖ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ, ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ। ਜਦੋਂ ਅਸੀਂ ਸਿੱਖ ਬਣਦੇ ਹਾਂ ਤੇ ਸਿੱਖ ਦੇ ਮੱਥੇ ਤੇ ਇੱਕ ਦਾਗ ਲੱਗ ਜਾਂਦਾ, ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ। ਅਸੀਂ ਗੁਰੂ ਦੇ ਕਰਜ਼ਾਈ ਹਾਂ। ਸਾਡੇ ਗੁਰੂ ਨੇ ਮਾਨਵਤਾ ਦੇ ਭਲੇ ਲਈ ਏਡੇ ਵੱਡੇ ਸਫ਼ਰ ਕੀਤੇ। ਸਾਡੇ ਸਤਿਗੁਰੂ ਜੀ ਨੇ ਮਾਨਵਤਾ ਦੇ ਭਲੇ ਲਈ ਚਾਂਦਨੀ ਚੌਂਕ ਵਿੱਚ ਜਾ ਕੇ ਆਪਣਾ ਸੀਸ ਕਟਾ ਦਿੱਤਾ। ਸਾਡੇ ਸਤਿਗੁਰੂ ਜੀ ਨੇ ਆਪਣੇ 4 ਦਿਲ ਦੇ ਟੁਕੜੇ ਮਨੁੱਖਤਾ ਤੋਂ ਕੁਰਬਾਨ ਕਰ ਦਿੱਤੇ। ਇਹ ਗੱਲ ਕੀ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੋਏ ਜੀਵਤ ਕਈ ਹਜ਼ਾਰ। ਅਸੀਂ ਉਸ ਗੁਰੂ ਦੇ ਕਰਜ਼ਾਈ ਹਾਂ ਜੇ ਸਿੱਖ ਹਾਂ, ਤੇ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਆਪਣੇ ਗੁਰੂ ਦੇ ਉਸ ਮਿਸ਼ਨ ਨੂੰ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਮੋ ਦੇ ਅਧੀਨ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਰਨੀ, ਸਰਬੱਤ ਦੇ ਭਲੇ ਦੀ ਗੱਲ ਕਰਨੀ। ਸੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੀ ਗੱਲ ਚੱਲੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮੋਹਰੀ ਜੀ ਨੂੰ, ਭਾਈ ਮੋਹਨ ਜੀ ਨੂੰ, ਜਿਹੜੇ ਸਤਿਗੁਰੂ ਜੀ ਦੇ ਸੁਪੁੱਤਰ ਸਨ, ਕਿ ਬੇਟਾ ਅੱਜ ਤੋਂ ਬਾਅਦ ਗੱਦੀ ਦੇ ਉੱਪਰ ਸੇਵਾ ਕਰਨਗੇ ਰਾਮਦਾਸ ਜੀ। ਇਹਨਾਂ ਨੂੰ ਇਹ ਵਡਿਆਈ ਦਿੱਤੀ ਹੈ, ਹੋਏ ਨ ਮਰੇ ਨ ਕਾਲ ਕਮਾਈ, ਅਜਰ ਜਰਨ ਗੁਣ ਜੁਤ ਸਮੁਦਾਈ। ਸੇਵਾ ਦੀ ਕੋਈ ਕਸਵੱਟੀ ਸੀ, ਸੇਵਾ ਦਾ ਕੋਈ ਇੱਕ ਐਵੇਂ ਕਹਿ ਲੋ ਕਿ ਕੋਈ ਤਰੀਕਾ ਸੀ ਬੈਠਣ ਦਾ। ਇਹ ਨਹੀਂ ਕਿ ਜਿਹਨੂੰ ਮਰਜ਼ੀ ਫੜ ਕੇ ਬਿਠਾਤਾ। ਸਿੱਖੀ ਦਾ ਵੀ ਕੋਈ ਅਧਿਕਾਰੀ ਮਨੁੱਖ ਜਿਹੜਾ ਉਹ ਸਿੱਖੀ ਨੂੰ ਪ੍ਰਾਪਤ ਕਰ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਰੜੀ ਘਾਲਣਾ ਰਾਮਦਾਸ ਜੀ ਨੇ ਘਾਲੀ ਗੁਰੂ ਕੀ ਹਜ਼ੂਰੀ 'ਚ। ਤੁਸੀਂ ਇਤਿਹਾਸ ਪੜ੍ਹਦੇ ਹੋ, 7 ਸਾਲ ਦੀ ਉਮਰ 'ਚ ਰਾਮਦਾਸ ਜੀ ਯਤੀਮ ਹੋ ਗਏ ਔਰ ਗਰੀਬ ਸਨ, ਘਰੋਂ ਆ ਗਏ ਨਾਨੀ ਦੇ ਕੋਲ। ਨਾਨੀ ਵੀ ਕੋਈ ਸ਼ਾਹੂਕਾਰ ਨਹੀਂ ਹੈ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ, ਭਾਵ ਆਪਣੀ ਰੋਜ਼ ਕਿਰਤ ਕਰਕੇ ਰੋਟੀ ਖਾਂਦੇ ਨੇ, ਪਰਿਵਾਰ ਨੂੰ ਪਾਲਦੇ ਨੇ। ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਆਉਣ ਦਾ ਸਬਬ ਮਿਲਿਆ। ਤਕਰੀਬਨ ਕਿੰਨਾ ਚਿਰ ਗੁਰੂ ਕੀ ਹਜ਼ੂਰੀ 'ਚ ਰਹੇ ਨੇ, ਲੇਕਿਨ ਉਹਨਾਂ ਚਿਰ ਰਹਿ ਕੇ ਜਿੱਥੇ ਉਹਨਾਂ ਨੇ ਸੇਵਾ ਕੀਤੀ ਉੱਥੇ ਗੁਰਮਤਿ ਨੂੰ ਸਮਝਿਆ। ਗੁਰਮਤਿ ਨੂੰ ਇੰਨਾ ਸਮਝ ਲਿਆ, ਜਿਹੜਾ ਬੱਚਾ ਸਕੂਲ ਨਹੀਂ ਗਿਆ ਇੱਕ ਦਿਨ ਵੀ, ਜਿਹੜਾ ਕਿਤੇ ਬੈਠਾ ਨਹੀਂ ਹੈ, ਲੇਕਿਨ ਗੁਰੂ ਦੇ ਦਰ ਤੇ ਆ ਕੇ ਇੰਨੀ ਮਿਹਨਤ ਕੀਤੀ ਉਹਨਾਂ ਨੇ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਨੇ, 19 ਰਾਗ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਨੇ। 19 ਰਾਗਾਂ 'ਚ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਸੀ। ਗੁਰੂ ਅੰਗਦ ਦੇਵ ਜੀ ਦੀ ਬਾਣੀ ਸਿਰਫ ਸ਼ਲੋਕਾਂ 'ਚ, ਰਾਗਾਂ 'ਚ ਨਹੀਂ ਹੈ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਸੀ, 19 'ਚ ਨਹੀਂ, 17 ਰਾਗਾਂ ਵਿੱਚ ਸੀ। ਲੇਕਿਨ ਗੁਰੂ ਰਾਮਦਾਸ ਜੀ ਦੀ ਘਾਲਣਾ, ਉਹਨਾਂ ਦੀ ਬਾਣੀ ਜਿਹੜੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਕਰੀਬਨ 30 ਰਾਗਾਂ ਵਿੱਚ ਬਾਣੀ ਹੈ। ਇੱਕ ਰਾਗ ਜੈਜਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤਾ ਹੈ। ਹੁਣ ਜਿਸ ਵਿਅਕਤੀ ਨੇ 30 ਰਾਗ ਸਿੱਖ ਲਏ, ਹੁਣ ਰਾਗ ਸਿੱਖਣਾ ਕੋਈ ਮਾਮੂਲੀ ਗੱਲ ਨਹੀਂ, ਰਾਗ ਵਿਦਿਆ ਦਾ ਗਿਆਨ, ਫਿਰ ਰਾਗ ਦੀਆਂ ਕਿਸਮਾਂ, ਤੇ ਉਹਨਾਂ ਦੀ ਜਦੋਂ ਪਵਿੱਤਰ ਬਾਣੀ ਸਾਹਿਤਕ ਪੱਖ ਤੋਂ, ਕਾਵਿਕ ਪੱਖ ਤੋਂ ਤੁਸੀਂ ਪੜ੍ਹੋਗੇ, ਹੈਰਾਨ ਰਹਿ ਜਾਓਗੇ ਕਿ ਏਡੀ ਵੱਡੀ ਵਿਦਵਤਾ ਹੈ, ਇੰਨੇ ਸਾਹਿਤਕ ਤੌਰ ਤੇ ਉੱਚੇ ਨੇ, ਜਾਂ ਇੰਨਾ ਵੱਡੀ ਉਹਨਾਂ ਦੀ ਕਾਵ ਸ਼ੈਲੀ ਕਿੰਨੀ ਵਧੀਆ ਹੈ, ਫਿਰ ਨਵੀਂ ਨਵੀਂ ਸ਼ਬਦਾਵਲੀ ਹੈ। ਫਿਰ ਉਹ ਜੋ ਬਾਣੀ ਹੈ ਉਹ ਕਿੰਨੀਆਂ ਗਹਿਰਾਈਆਂ ਦੀ ਗੱਲ ਕਰਦੀ, ਸਮਾਜ ਦੀ ਗੱਲ ਕਰਦੀ, ਆਤਮਿਕ ਜੀਵਨ ਦੀ ਗੱਲ ਕਰਦੀ, ਮਨੁੱਖੀ ਜ਼ਿੰਦਗੀ ਦੀ ਗੱਲ ਕਰਦੀ ਹੈ। ਬਹੁਤ ਵੱਡਾ ਪੱਧਰ ਉਸ ਗੁਰਬਾਣੀ ਦਾ। ਸਾਡੇ ਕੋਲ ਤਾਂ ਉਸ ਪੱਧਰ ਤੱਕ ਪਹੁੰਚਣ ਲਈ ਅਜੇ ਸੁਰਤ ਹੀ ਨਹੀਂ ਹੈ ਜਿੱਥੇ ਸਤਿਗੁਰੂ ਜੀ ਪਹੁੰਚ ਗਏ। ਇਸ ਕਰਕੇ ਉਹਨਾਂ ਦੀ ਸੇਵਾ, ਉਹਨਾਂ ਦੀ ਨਿਮਰਤਾ, ਉਹਨਾਂ ਦੀ ਘਾਲਣਾ, ਉਹਨਾਂ ਦੀ ਲਿਆਕਤ, ਉਹਨਾਂ ਦਾ ਵੱਡਪਣ ਦੇਖ ਕੇ ਗੁਰੂ ਸਾਹਿਬ ਜੀ ਨੇ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਹਰ ਤਰੀਕੇ ਨਾਲ ਪਰਖ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ, ਤੇ ਆਪਣੇ ਪੁੱਤਰਾਂ ਨੂੰ ਕਹਿ ਰਹੇ ਨੇ ਕਿ ਅੱਜ ਤੋਂ ਗੁਰਗੱਦੀ ਦੀ ਸੇਵਾ ਸੰਭਾਲ ਇਹ ਕਰਨਗੇ। ਮੋਹਨ ਜੇ ਸੁਭਾਵ ਮਸਤਾਨਾ, ਨੈ ਰਾਖੈ ਕੇ ਕੀ ਕਬ ਕਾਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬੇਟਾ ਇਹ ਗੁਰੂ ਨੇ, ਅੱਜ ਤੋਂ ਤੁਸੀਂ ਇਹਨਾਂ ਦੇ ਅੱਗੇ ਸੀਸ ਝੁਕਾ ਦਿਓ।
ਜਦੋਂ ਅਸੀਂ ਰਾਮਕਲੀ ਰਾਗ ਦੀ ਇੱਕ ਸੱਦ ਬਾਣੀ ਪੜ੍ਹਦੇ ਜੋ ਬਾਬਾ ਸੁੰਦਰ ਜੀ ਦੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸਨ, ਉਹਨਾਂ ਦੀ ਉਚਾਰਨ ਕੀਤੀ ਹੋਈ ਹੈ। ਔਰ ਉਹਨਾਂ ਨੇ ਲਿਖਿਆ ਹੈ ਕਿ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਸਾਰੇ ਪਰਿਵਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਰਾਮਦਾਸੇ ਪੈਰੀ ਪਾਏ ਜਿਉ ਮੋਹਰੀ ਪੁੱਤ ਸਨਮੁਖ ਹੋਇਆ। ਸਾਰਿਆਂ ਨੂੰ ਰਾਮਦਾਸ ਜੀ ਦੇ ਪੈਰਾਂ ਤੇ ਨਮਸਕਾਰ ਕਰਨ ਦੀ ਗੱਲ ਕਹੀ। ਲੇਕਿਨ ਉਸ ਵੇਲੇ ਮੋਹਨ ਜੀ ਜਿਹੜੇ ਵੱਡੇ ਸਨ, ਥੋੜਾ ਜੋਗ ਹੱਠ ਕਰਦੇ ਸਨ, ਮਸਤਾਨੇ ਸਨ, ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈ, ਸਭ ਮੈਂ ਬੋਲਿਓ ਨਿਵੋ ਨ ਆਗੇ, ਹਮਰੀ ਵਸਤ ਦੇਨੇ ਨ ਲਾਗੇ। ਕਹਿਣ ਲੱਗੇ ਮੈਂ ਨਹੀਂ ਝੁਕਦਾ। ਹੁਣ ਗੱਲ ਨਾਮ ਦੀ ਚੱਲੀ ਸੀ। ਨਾਮ ਤਾਂ ਮੋਹਨ ਜੀ ਵੀ ਜਪਦੇ ਸਨ। ਸਮਾਧੀ ਕਹਿੰਦੇ ਬੜੀ ਇਕੱਠ ਸੀ, ਟੁੱਟਦੀ ਨਹੀਂ ਸੀ ਇਹਨਾਂ ਦੀ। ਪਰ ਹੰਕਾਰ ਹੈ। ਗੁਰੂ ਅਮਰਦਾਸ ਜੀ ਇਹਨਾਂ ਦੇ ਪਿਤਾ ਵੀ ਨੇ, ਔਰ ਪਿਤਾ ਹੋਣ ਤੋਂ ਬਾਅਦ ਉਹ ਜਗਤ ਦੇ ਗੁਰੂ ਨੇ ਜਿਨ੍ਹਾਂ ਅੱਗੇ ਸਾਰੀ ਦੁਨੀਆ ਝੁਕਦੀ। ਅਕਬਰ ਦਿੱਲੀ ਦਾ ਸੈਨਸਾਹ ਆਪ ਮਿਲਣ ਲਈ ਆਇਆ ਉਸ ਵੇਲੇ। ਲੇਕਿਨ ਉਸ ਮਹਾਨ ਸਤਿਗੁਰੂ ਪਿਤਾ ਜੀ ਅੱਗੇ ਕਹਿਣਗੇ ਮੈਂ ਨਹੀਂ ਤੁਹਾਡੀ ਗੱਲ ਮੰਨਦਾ। ਹੁਣ ਇਹੋ ਜਿਹੀ ਸਮਾਧੀ ਜਾਂ ਇਹੋ ਜਿਹੇ ਨਾਮ ਦੀ ਵਡਿਆਈ ਕੀ ਹੈ ਜੀ, ਜਿਹੜੇ ਅੰਦਰ ਹੰਕਾਰ ਹੀ ਭਰ ਜਾਣਾ, ਕਠੋਰਤਾ ਭਰ ਜਾਣੀ ਹੈ। ਗੱਲ ਗੁਰਮਤਿ ਨਾਮ ਦੀ ਸੀ। ਬਹੁਤ ਨੇ ਸਮਾਧੀਆਂ ਲਾਉਣ ਵਾਲੇ, ਅੱਜ ਵੀ, ਪਹਿਲਾਂ ਵੀ ਹੋਣਗੇ। ਮੱਠਾਂ 'ਚ ਬੈਠੇ ਨੇ, ਭੋਰਿਆਂ 'ਚ ਬੈਠੇ ਨੇ, ਗੁਫਾਵਾਂ 'ਚ ਬੈਠੇ ਨੇ, ਪਹਾੜਾਂ 'ਚ ਬੈਠੇ ਨੇ, ਜੰਗਲਾਂ 'ਚ ਬੈਠੇ ਨੇ, ਤੀਰਥਾਂ 'ਤੇ ਬੈਠੇ, ਮੁਬਾਰਕ ਹੈ। ਪਰ ਹਰ ਧਾਰਮਿਕ ਕਰਮ ਦਾ ਪੈਮਾਨਾ ਇਹ ਹੈ ਕਿ ਜੋ ਤੁਸੀਂ ਕਰਮ ਕਰਦੇ ਹੋ ਉਹਦੇ ਨਾਲ ਤੁਹਾਡੇ 'ਚ ਨਿਮਰਤਾ ਕਿੰਨੀ ਕੁ ਆਈ ਹੈ, ਤੁਹਾਡੇ ਅੰਦਰ ਨਿਮਰਤਾ ਕਿੰਨੀ ਕੁ ਆਈ ਹੈ। ਜੇ ਧਰਮ ਕਰਮ ਕਰਦਿਆਂ ਨਿਮਰਤਾ ਨਹੀਂ ਹੈ, ਹੰਕਾਰ ਹੈ, ਉਹ ਫਿਰ ਧਰਮ ਨਹੀਂ, ਹੋਰ ਕੁਝ ਤਾਂ ਹੋ ਸਕਦਾ ਹੈ। ਧਰਮ ਦਾ ਸਭ ਤੋਂ ਪਹਿਲਾ ਹੈ ਇਹ ਲੱਛਣ ਕਿ ਮਨੁੱਖ ਦੇ ਅੰਦਰ ਨਿਮਰਤਾ ਆਏ, ਮਨੁੱਖ ਦੇ ਅੰਦਰ ਪਿਆਰ ਆਏ, ਮਨੁੱਖ ਦੇ ਅੰਦਰ ਸਹਿਜ ਆਏ। ਧਰਮ ਸਾਡੇ ਅੰਦਰੋਂ ਅਹੰਕਾਰ ਨੂੰ ਮੇਟਦਾ। ਇਹ ਗੱਲ ਚੇਤੇ ਰੱਖਣਾ। ਧਨ ਦਾ ਕੋਈ ਹੰਕਾਰ ਕਰੇ ਮਾੜੀ ਗੱਲ ਹੈ। ਕੋਈ ਦੌਲਤ ਦਾ, ਰਾਜ ਗੱਦੀ ਦਾ, ਆਪਣੀ ਪਾਵਰ ਦਾ, ਸੁੰਦਰਤਾ ਦਾ ਹੰਕਾਰ ਕਰੇ ਮਾੜੀ ਗੱਲ ਹੈ। ਲੇਕਿਨ ਇਹਦੇ ਤੋਂ ਜ਼ਿਆਦਾ ਖਤਰਨਾਕ ਗੱਲ ਹੈ ਧਰਮ ਦਾ ਹੰਕਾਰ। ਧਰਮ ਦੇ ਹੰਕਾਰ ਨੇ ਮਾਨਵਤਾ ਦਾ ਬੜਾ ਨੁਕਸਾਨ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ, ਦੇਖੋ ਜੇਠ ਹਾੜ ਦੇ ਦਿਨ ਹੁੰਦੇ ਨੇ, ਜਦੋਂ ਤੱਤੀਆਂ ਲੂਹਾਂ ਚੱਲਦੀਆਂ ਨੇ, ਹਵਾਵਾਂ ਚੱਲਦੀਆਂ ਨੇ, ਉਹਦੇ ਵਿੱਚ ਘਾਹ ਬੂਟ ਸੜ ਜਾਂਦਾ ਹੈ, ਸੁੱਕ ਜਾਂਦਾ ਹੈ। ਗਰਮੀ ਇੰਨੀ ਪੈਂਦੀ ਹੈ, ਛੋਟੇ ਮੋਟੇ ਪੌਦੇ ਵੀ ਸੁੱਕ ਜਾਂਦੇ ਨੇ ਕਈ ਵਾਰ। ਲੇਕਿਨ ਹਾੜ ਤੋਂ ਬਾਅਦ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ, ਮੀਂਹ ਪੈਣ ਨਾਲ ਆਸੇ ਪਾਸੇ ਫਿਰ ਹਰਿਆਵਲ, ਘਾਹ ਕਿੰਨਾ ਕਿੰਨਾ ਆਪਾਂ ਲਾਉਂਦੇ ਤੇ ਨਹੀਂ ਨਾ, ਉਹ ਘਾਹ ਫਿਰ ਹਰਾ ਹੋ ਜਾਂਦਾ ਹੈ। ਕਿੰਨਾ ਚਾਰ ਸਵੇਰੇ ਆਪਾਂ ਦੇਖਦੇ ਜੰਗਲ ਬੇਲੇ ਚੜ ਜਾਂਦੇ ਨੇ। ਹੁਣ ਧੁੱਪ ਨਾਲ, ਅੱਗ ਨਾਲ ਸੜੀ ਹੋਈ ਚੀਜ਼ ਜਿਹੜੀ ਹੈ ਉਹ ਤੇ ਹਰੀ ਹੋ ਜਾਂਦੀ ਹੈ। ਲੇਕਿਨ ਜਿਹੜੀ ਪਾਣੀ 'ਚ ਰਹਿ ਕੇ ਸੜ ਜਾਏ ਉਹ ਹਰੀ ਨਹੀਂ ਹੁੰਦੀ। ਕਈ ਵਾਰੀ ਕਈ ਫਸਲਾਂ, ਕਈ ਬੂਟੇ ਲਗਾਤਾਰ ਪਾਣੀ ਖੜਾ ਰਹੇ, ਬਹੁਤਾ ਪਾਣੀ ਖੜਾ ਰਹੇ ਤੇ ਉਹ ਸੁੱਕ ਜਾਂਦੇ ਨੇ, ਉਹ ਕਦੀ ਹਰੇ ਨਹੀਂ ਹੋ ਸਕਦੇ। ਕੋਈ ਬੰਦਾ ਧਨ ਦਾ ਹੰਕਾਰ ਕਰੇ, ਜੋਬਨ ਦਾ, ਜਵਾਨੀ ਦਾ, ਰਾਜਨੀਤੀ ਦਾ ਹੰਕਾਰ ਕਰੇ, ਉਹ ਕਦੀ ਵੀ ਠੀਕ ਹੋ ਸਕਦਾ ਹੈ। ਪਰ ਜਿਹੜਾ ਧਰਮ ਦਾ ਹੰਕਾਰ ਕਰਦਾ ਉਹ ਕਦੀ ਸੁਖੀ ਨਹੀਂ ਹੋ ਸਕਦਾ, ਉਹ ਕਦੀ ਜ਼ਿੰਦਗੀ 'ਚ ਸਬਰ ਨਹੀਂ ਸਕਦਾ। ਧਰਮ ਦਾ ਹੰਕਾਰ ਇਵੇਂ ਖਤਰਨਾਕ ਹੈ, ਜਿਵੇਂ ਅਸੀਂ ਤੁਰੇ ਜਾਈਏ ਸੱਪ ਆ ਜਾਏ ਨਾ। ਹੁਣ ਸੱਪ ਖਤਰਨਾਕ ਹੈ, ਪਰ ਸਾਨੂੰ ਪਤਾ ਹੈ ਖਤਰਨਾਕ ਹੈ। ਅਸੀਂ ਸੱਪ ਤੋਂ ਬਚਣ ਦਾ ਕੋਈ ਉਪਾਅ ਕਰ ਲੈਂਦੇ ਹਾਂ, ਦੌੜ ਭੱਜ ਕਰਦੇ ਜਾਂ ਉਹਨੂੰ ਲਾਂਭੇ ਕਰ ਦਿੰਦੇ, ਮਾਰ ਦਿੰਦੇ ਹਾਂ। ਲੇਕਿਨ ਸੱਪ ਨਾਲੋਂ ਵੀ ਖਤਰਨਾਕ ਹੈ ਗੁੜ 'ਚ ਦਿੱਤੀ ਹੋਈ ਜ਼ਹਿਰ। ਗੁੜ 'ਚ ਵਿਚਲੀ ਜ਼ਹਿਰ ਦਾ ਨਾ ਪਤਾ ਹੀ ਨਹੀਂ ਲੱਗਦਾ, ਅਸੀਂ ਮਿੱਠਾ ਸਮਝ ਕੇ ਖਾਈ ਚਲੇ ਜਾਂਦੇ ਹਾਂ। ਧਰਮ ਦਾ ਹੰਕਾਰ ਗੁੜ ਵਿਚਲੀ ਜ਼ਹਿਰ ਹੈ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਦੁਨੀਆ ਮੱਥੇ ਟੇਕਦੀ, ਬੰਦਾ ਹੋਰ ਚੌੜਾ ਜਿਹਾ ਹੋ ਕੇ ਬੈਠਦਾ ਹੈ। ਦੁਨੀਆ ਤਾਰੀਫ ਕਰਦੀ, ਬੰਦਾ ਹੋਰ ਹੰਕਾਰ ਨਾਲ ਭਰੀ ਚਲਿਆ ਜਾਂਦਾ ਹੈ, ਹੋਰ ਹੰਕਾਰ ਨਾਲ ਭਰੀ ਚਲਿਆ ਜਾਂਦਾ ਹੈ। ਖਤਰਨਾਕ ਹੈ ਹੰਕਾਰ। ਮੈਂ ਬੇਨਤੀ ਕਰ ਰਿਹਾ ਸਾਂ ਕਿ ਬਹੁਤ ਨੇ ਧਰਮ ਦੇ ਨਾਂ ਤੇ ਸਮਾਧੀਆਂ ਲਾਉਣ ਵਾਲੇ, ਪਰ ਇਹਦੀ ਆਊਟਪੁੱਟ ਤੇ ਹੋਣੀ ਚਾਹੀਦੀ ਕਿ ਨਿਮਰਤਾ ਕਿੰਨੀ ਕੁ ਹੈ। ਮੋਹਨ ਜੀ ਬੜੀ ਸਮਾਧੀ ਲਾਉਂਦੇ ਸਨ, ਕਹਿੰਦੇ ਸਮਾਧੀ ਖੁੱਲਦੀ ਨਹੀਂ ਸੀ ਇਹਨਾਂ ਦੀ। ਪਰ ਸਮਾਧੀ ਲਾਉਣ ਤੋਂ ਬਾਅਦ ਜੇ ਹੰਕਾਰ ਹੈ, ਇਹਦਾ ਮਤਲਬ ਕਿ ਅਜੇ ਧਰਮ ਨਾਲ ਨਹੀਂ, ਉਹ ਭਗਤੀ ਭਾਵ, ਗੁਰਮਤਿ ਭਾਵ ਨਾਲ ਨਹੀਂ ਜੁੜੇ। ਸੋ ਉਹਨਾਂ ਨੇ ਕਹਿਤਾ ਅਸੀਂ ਮੱਥਾ ਨਹੀਂ ਟੇਕਦੇ, ਤੁਹਾਡਾ ਕਹਿਣਾ ਨਹੀਂ ਮੰਨਦੇ। ਚਿਰੰਕਾਲ ਰਹਿ ਸਦਨ ਹਮਾਰੇ, ਕਰੀ ਗੁਜਰ ਸਭ ਜੁਦ ਪਰਵਾਰੇ। ਮੋਹਨ ਜੀ ਕਹਿਣ ਲੱਗੇ ਕਿੰਨੇ ਚਿਰਾਂ ਤੋਂ। ਦੇਖੋ ਹਾਲਾਂਕਿ ਰਾਮਦਾਸ ਜੀ ਮੋਹਨ ਜੀ ਦੇ ਭਣਵਈਆ ਜੀਜਾ ਲੱਗਦੇ ਸਨ, ਇਸ ਪੱਖ ਤੋਂ ਵੀ ਤੇ ਸਤਿਕਾਰ ਹੁੰਦਾ ਹੀ ਹੈ। ਹਾਲਾਂਕਿ ਮੋਹਨ ਜੀ ਕੋ ਗ੍ਰਸਤੀ ਨਹੀਂ ਸਨ, ਲੇਕਿਨ ਇਹ ਕਹਿਣ ਲੱਗੇ ਦੇਖੋ ਕਿੰਨੇ ਚਿਰ ਦਾ ਸਾਡੇ ਘਰ 'ਚ ਰਹਿੰਦਾ, ਕਿਉਂਕਿ ਰਾਮਦਾਸ ਜੀ ਗੁਰੂ ਕੀ ਹਜ਼ੂਰੀ 'ਚ ਹੀ ਰਹਿੰਦੇ, ਗੋਇੰਦਵਾਲ 'ਚ ਹੀ ਰਹਿੰਦੇ ਸਨ। ਇਹਨਾਂ ਕਿੰਨੇ ਦਿਨਾਂ ਤੋਂ ਸਾਡੇ ਘਰ 'ਚ ਰਹਿੰਦਾ ਹੈ
ਤੇ ਹੁਣ ਗੱਦੀ ਤੇ ਬਿਠਾਤਾ ਹੈ। ਇਹ ਹੱਕ ਤਾਂ ਸਾਡਾ ਸੀ, ਗੱਦੀ ਤੇ ਮੈਂ ਬੈਠਣਾ ਸੀ, ਵੱਡਾ ਸੀ ਮੈਂ, ਲੇਕਿਨ ਇਹਨੂੰ ਦੇਤਾ ਹੱਕ, ਅਸੀਂ ਮੱਥਾ ਨਹੀਂ ਟੇਕਾਂਗੇ। ਉਚਿਤ ਬੈਠਬੋ ਤੁਮੈ ਪਿਸ਼ਾਰੀ, ਹੈ ਮਾਲਕੀ ਸਰਬ ਹਮਾਰੀ। ਤੁਹਾਡੇ ਤੋਂ ਬੈਠ ਬਾਅਦ ਇਹਦੇ ਤੇ ਗੱਦੀ ਤੇ ਬੈਠਣਾ ਸਾਡਾ ਜਿਹੜਾ ਬੈਠਣਾ ਉਚਿਤ ਹੈ, ਇਹ ਮਾਲਕੀ ਸਾਡੀ ਹੈ। ਕੁਝ ਲੋਕਾਂ ਨੇ ਗੱਦੀ ਨੂੰ ਮਾਲਕੀਅਤ ਸਮਝ ਲਿਆ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਗੱਦੀ ਮਾਲਕੀਅਤ 'ਚ ਨਹੀਂ ਸੀ ਮਿਲੀ। ਗੁਰੂ ਨਾਨਕ ਸਾਹਿਬ ਜੀ ਨੂੰ ਧੁਰੋਂ ਬਖਸ਼ਿਸ਼ ਹੋਈ ਸੀ। ਪਹਿਲਾਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਇਹ ਕੋ ਪਿਤਾ ਕਾਲੂ ਨੇ ਨਹੀਂ ਗੱਦੀ ਦਿੱਤੀ ਉਹਨਾਂ ਨੂੰ। ਅੱਜ 100 ਵਾਰੀ ਬੇਦੀ ਕਹਿਣ ਕੇ ਨਾਨਕ ਸਾਡੇ ਚੋਂ ਨੇ, ਬੇਦੀਆਂ ਨੇ ਗੱਦੀ ਦਿੱਤੀ ਸੀ ਕੋਈ ਗੁਰੂ ਨਾਨਕ ਸਾਹਿਬ ਜੀ ਨੂੰ? ਗੁਰੂ ਨਾਨਕ ਜੀ ਬੇਦੀਆਂ ਚੋਂ ਨਹੀਂ, ਗੁਰੂ ਨਾਨਕ ਸਾਹਿਬ ਜੀ ਨਿਰੰਕਾਰੀ ਨੇ। ਜਦੋਂ ਕੋਈ ਪੁੱਛਦਾ ਸੀ ਨਾ, ਸਤਿਗੁਰੂ ਜੀ ਕਹਿੰਦੇ ਨਿਰੰਕਾਰੀ, ਮੈਂ ਨਿਰੰਕਾਰ ਦਾ, ਪਰਮਾਤਮਾ ਦਾ। ਔਰ ਗੁਰੂ ਨਾਨਕ ਸਾਹਿਬ ਜੀ ਦੀ ਪੀੜ੍ਹੀ ਜਿਹੜੀ ਹੈ ਉਹ ਭਾਈ ਲਹਿਣਾ ਜੀ ਨੇ, ਉਹ ਬਾਬਾ ਅਮਰਦਾਸ ਜੀ ਨੇ। ਪਿਓ ਦਾਦੇ ਜਿਹੇ ਆ ਪੋਤੜਾ ਪ੍ਰਵਾਨ, ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਾਣੀ ਕਰ ਚਾਨਣ ਲੈਣਾ। ਇਸ ਕਰਕੇ ਗੁਰੂ ਨਾਨਕ ਜੀ ਸਰੀਰਕ ਤੌਰ ਤੇ ਬਾਪੂ ਕਾਲੂ ਜੀ ਦੇ ਘਰ ਪ੍ਰਗਟੇ ਨੇ, ਲੇਕਿਨ ਜੋ ਅੰਦਰ ਜੋਤ ਹੈ ਨਾ, ਉਹ ਕਾਲੂ ਜੀ ਦੇ ਘਰ ਚ ਨਹੀਂ ਹੈ, ਉਹ ਤੇ ਰੱਬੀ ਜੋਤ ਹੈ। ਉਹ ਗੁਰਤਾ ਜਿਹਨੂੰ ਆਪਾਂ ਕਹਿੰਦੇ ਆ, ਉਹ ਰੱਬੀ ਦਾਤ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਉਹ ਰੱਬੀ ਦਾਤ ਦਾ ਅਧਿਕਾਰੀ ਕੋ ਗੁਰੂ ਕਾ ਬਿੰਦੀ ਪੁੱਤਰ ਨਹੀਂ ਹੋ ਸਕਦਾ, ਜਾਂ ਇਵੇਂ ਕਹ ਲਓ ਸੰਸਾਰੀ ਪੁੱਤਰ ਨਹੀਂ ਹੋ ਸਕਦਾ। ਉਹ ਹੋ ਸਕਦਾ ਹੈ ਜਿਹਨੂੰ ਆਪਾਂ ਨਾਦੀ ਪੁੱਤਰ ਕਹਿੰਦੇ, ਜਿਹਨੇ ਉਹਨਾਂ ਦੀ ਸੁਰਤ ਦੇ ਨਾਲ ਸਾਂਝ ਪਾਈ ਹੋਏ। ਉਹ ਸਨ ਭਾਈ ਲਹਿਣਾ ਜੀ। ਇਸ ਤਰ੍ਹਾਂ ਭਾਈ ਲਹਿਣਾ ਜੀ ਨੂੰ ਨੇ ਇਹ ਦਾਤ ਦਿੱਤੀ ਬਾਬਾ ਅਮਰਦਾਸ ਜੀ ਨੂੰ। ਬਾਬਾ ਅਮਰਦਾਸ ਜੀ ਨੇ ਇਹ ਦਾਤ ਦਿੱਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੂੰ। ਕਹਿਣ ਲੱਗੇ ਮੋਹਨ ਜੀ ਕਿ ਇਹ ਹੱਕ ਤਾਂ ਸਾਡਾ ਸੀ, ਇਹ ਮੰਨ ਲਿਆ ਹੱਕ ਇਹਨਾਂ ਨੇ ਆ ਕੇ ਜ਼ਬਰਦਸਤੀ, ਇਸ ਕਰਕੇ ਅਸੀਂ ਇਹਨਾਂ ਨੂੰ ਮੱਥਾ ਨਹੀਂ ਟੇਕਾਂਗੇ। ਅਪਰ ਸੰਬੰਧੀ ਰਾਵਰ ਕੇਰੇ ਰਹਿ ਸਮੀਪੀ ਐਸ਼ਵਰਜ ਹੇਰੇ। ਦੇਖੋ ਨਾ, ਹੋਰ ਵੀ ਕਿੰਨੇ ਤੁਹਾਡੇ ਸਕੇ ਸੰਬੰਧੀ ਰਹਿੰਦੇ ਨੇ, ਤੇ ਉਹਨਾਂ ਸਾਰਿਆਂ ਨੇ ਬੜੇ ਸੁੱਖ ਮਾਣੇ ਨੇ ਇੱਥੇ। ਹੁਣ ਸਾਡੀ ਵਾਰੀ ਸੀ ਇਹ ਗੁਰਤਾ ਤੇ ਬੈਠਣ ਦੀ, ਤੇ ਤੁਸੀਂ ਇਹਨਾਂ ਨੂੰ ਇਹ ਦਾਤ ਦੇ ਦਿੱਤੀ ਹੈ। ਇਹ ਵੀ ਹੈ ਦਿਨ ਸਭਨ ਸਮਾਨਾ, ਅਬ ਬਦ ਦੇਬੇ ਲਗੇ ਮਹਾਨਾ। ਇਹ ਵੀ ਤੇ ਬਾਕੀਆਂ ਵਰਗੇ ਹੀ ਨੇ, ਕਿੰਨੇ ਸਿੱਖ ਰਹਿੰਦੇ ਨੇ, ਕਿੰਨੇ ਹੋਰ ਤੁਹਾਡੇ ਜਾਣਨ ਵਾਲੇ ਨੇੜਤਾ ਵਾਲੇ ਰਹਿੰਦੇ ਨੇ, ਇਹ ਵੀ ਉਹਨਾਂ ਵਰਗੇ ਹੀ ਨੇ। ਇਹਨਾਂ ਨੂੰ ਗੱਦੀ ਤੇ ਕਿਉਂ ਬਿਠਾ ਰਹੇ ਹੋ ਤੁਸੀਂ? ਇਸ ਕਰਕੇ ਉਹ ਕਿ ਬਾਬਾ ਮੋਹਨ ਜੀ ਦੀ ਦ੍ਰਿਸ਼ਟੀ ਸੰਸਾਰੀ ਦ੍ਰਿਸ਼ਟੀ ਹੈ। ਉਹਨਾਂ ਨੂੰ ਗੁਰੂ ਰਾਮਦਾਸ ਜੀ ਦੀ ਜੋ ਵਡਿਆਈ ਹੈ, ਜੋ ਵਡੱਪਣ ਹੈ ਨਾ, ਉਹਦਾ ਪਤਾ ਹੀ ਨਹੀਂ ਹੈ। ਉਹਨਾਂ ਕੋ ਉਹ ਅੱਖ ਹੀ ਨਹੀਂ ਹੈ, ਉਹ ਨਜ਼ਰ ਹੀ ਨਹੀਂ ਹੈ ਉਹ ਦੇਖਣ ਦੇ ਲਈ। ਉਹਨੂੰ ਤੇ ਗੁਰੂ ਅਮਰਦਾਸ ਜੀ ਜਾਣਦੇ ਨੇ। ਕਹਿਣ ਲੱਗੇ ਮਹਾਰਾਜ ਇਹਨਾਂ ਨੂੰ ਕੀ ਵਡਿਆਈ ਜਿਹੜੀ ਤੁਸੀਂ ਇਹ ਦਾਤ ਦਿੱਤੀ, ਕੀ ਵਡਿਆਈ ਹੈ ਇਹਨਾਂ ਦੀ? ਹਮ ਰਾਵਰ ਕੇ ਨੰਦਨ ਹੈ, ਗੁਰਤਾ ਪਦ ਤੇ ਸ਼ੂਸ਼ੇ ਰਹਿ। ਅਸੀਂ ਤੁਹਾਡੇ ਪੁੱਤਰ ਹਾਂ, ਬੱਚੇ ਹਾਂ। ਜੇ ਸਾਨੂੰ ਗੁਰਤਾ ਨਾ ਮਿਲੀ, ਜਿੱਥੋਂ ਤੱਕ ਦੁਨਿਆਵੀ ਮਾਲਕੀਅਤ ਦੀ ਗੱਲ ਹੈ ਨਾ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਉਹਨਾਂ ਦੀ ਦੁਨਿਆਵੀ ਜਾਇਦਾਦ ਸੀ, ਪਿਤਾ ਪੁਰਖੀ ਸੀ ਜੋ ਸੀ, ਉਹ ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਨੂੰ ਦੇ ਦਿੱਤੀ। ਕਰਤਾਰਪੁਰ ਦੀ ਜਿਹੜੀ ਜ਼ਮੀਨ ਸੀ ਉਹ ਦੇ ਦਿੱਤੀ ਉਹਨਾਂ ਨੂੰ। ਲੇਕਿਨ ਭਾਈ ਲਹਿਣਾ ਜੀ ਨੂੰ ਗੁਰਬਾਣੀ ਦੀ ਪੋਥੀ ਦੇਖ ਕੇ ਇੱਕ ਕਮਰ ਕੱਸਾ ਦੇਖ ਕੇ ਤਾਂ ਭਾਈ ਲਹਿਣਿਆ ਚਲਿਆ ਜਾਏ। ਤਾਂ ਗੁਰਤਾ ਗੱਦੀ ਕੋ ਤਖਤ ਤੇ ਬੈਠਣਾ ਨਹੀਂ ਹੈ, ਗੁਰਤਾ ਗੱਦੀ ਕੋਈ ਕਿਸੇ ਥਾਂ ਤੇ ਕਬਜ਼ਾ ਕਰਨਾ ਨਹੀਂ ਹੈ, ਜਾਂ ਜਾਇਦਾਦ ਤੇ ਕਬਜ਼ਾ ਕਰਨਾ ਨਹੀਂ ਹੈ। ਗੁਰਤਾ ਗੱਦੀ ਦਾ ਅਰਥ ਕਿ ਉਹ ਰੂਹਾਨੀਅਤ ਦਾ ਜੋ ਖਜ਼ਾਨਾ ਹੈ, ਜੋ ਆਤਮਿਕ ਭੰਡਾਰ ਹੈ, ਜੋ ਰੱਬੀ ਜੋਤ ਹੈ, ਉਹ ਜਿਸ ਦੇ ਹਿਰਦੇ 'ਚ ਟਿਕ ਜਾਏ ਉਹ ਗੁਰਤਾ ਗੱਦੀ ਹੈ। ਤੇ ਉਹ ਹਰ ਹਿਰਦੇ 'ਚ ਨਹੀਂ ਨਾ ਟਿਕ ਸਕਦੀ। ਉਹ ਤੇ ਟਿਕੇਗੀ ਉੱਥੇ ਜਿਹੜਾ ਹਿਰਦਾ ਅਨੁਕੂਲ ਹੋਏਗਾ। ਕੋਈ ਕਹੇ ਜੀ ਮੇਰਾ ਇਹ ਪਿਤਾ ਮੇਰੇ ਪਾਸ ਹੀ ਆ ਜਾਣੀ ਚੀਜ਼, ਇਹ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਆਤਮਿਕ ਖਜ਼ਾਨਾ ਭਾਈ ਲਹਿਣਾ ਜੀ ਨੂੰ ਦੇ ਦਿੱਤਾ, ਦੁਨਿਆਵੀ ਖਜ਼ਾਨਾ ਪੁੱਤਰਾਂ ਨੂੰ ਦੇ ਦਿੱਤਾ। ਇਹੀ ਗੱਲ ਭਾਈ ਲਹਿਣਾ ਜੀ ਨੇ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੀਤੀ। ਆਤਮਿਕ ਖਜ਼ਾਨਾ ਗੁਰੂ ਅਮਰਦਾਸ ਜੀ ਨੂੰ ਬਖਸ਼ ਦਿੱਤਾ, ਤੇ ਦੁਨਿਆਵੀ ਜਿਹੜਾ ਸੀ ਘਰ ਉਹ ਆਪਣੇ ਪੁੱਤਰਾਂ ਨੂੰ ਦੇ ਦਿੱਤਾ। ਬਿਲਕੁਲ ਇਦਾਂ ਗੁਰੂ ਅਮਰਦਾਸ ਜੀ ਨੇ ਕੀਤਾ। ਖਜ਼ਾਨਾ ਜਿਹੜਾ ਆਤਮਿਕ ਦਾ, ਰੂਹਾਨੀਅਤ ਦਾ, ਉਹ ਸ੍ਰੀ ਗੁਰੂ ਰਾਮਦਾਸ ਜੀ ਕੋਲ ਆ ਗਿਆ। ਲੇਕਿਨ ਗੋਇੰਦਵਾਲ ਦੀ ਜਿਹੜੀ ਜਾਇਦਾਦ ਸੀ ਉਹ ਦੇ ਦਿੱਤੀ ਆਪਣੇ ਪੁੱਤਰਾਂ ਨੂੰ, ਤੁਸੀਂ ਬੈਠੋ ਖਾਈ ਪੀ ਜਾਓ ਇੱਥੇ ਜੋ ਚਾਹੀਦਾ ਤੁਹਾਨੂੰ। ਇਸ ਕਰਕੇ ਇਹ ਗੁਰਗੱਦੀ ਜਿਹੜੀ ਹੈ ਕੋਈ ਦੁਨਿਆਵੀ ਜਾਇਦਾਦ ਨਹੀਂ ਹੈ ਕਿ ਇਹਦੇ ਤੇ ਪਿਤਾ ਪੁਰਖੀ ਹੱਕ ਹੋਣਾ। ਇਹ ਤੇ ਜਿਹੜਾ ਤਖਤ ਰਾਜਾ ਸੋਭ ਹੈ, ਜੇ ਤਖਤ ਤੇ ਲਾਇਕ ਹੋਈ, ਜਿਹੜਾ ਉਸ ਦੇ ਲਾਇਕ ਹੋਏਗਾ ਉਹਨੂੰ ਇਹ ਦਾਤ ਮਿਲਦੀ ਹੈ। ਤਉ ਨ ਕਿਉ ਹੋ ਮਾਥ ਨਿਵਾਵੇ, ਸਤਿਗੁਰ ਕੇ ਸਪੂਤ ਕਹਿਲਾਵੇ। ਵੈਸੇ ਵੀ ਅਸੀਂ ਕਿਉਂ ਮੱਥਾ ਟੇਕੀਏ? ਅਸੀਂ ਗੁਰੂ ਦੇ ਪੁੱਤਰ ਹਾਂ, ਤੇ ਗੁਰੂ ਦੇ ਪੁੱਤਰ ਕਿਸੇ ਕੇ ਝੁਕਦੇ ਚੰਗੇ ਲੱਗਦੇ ਨੇ। ਲੇਕਿਨ ਗੁਰੂ ਰਾਮਦਾਸ ਜੀ ਨੇ ਇਦਾਂ ਨਹੀਂ ਕਿਹਾ ਕਿ ਤੁਸੀਂ ਪੁੱਤਰ ਮੇਰੇ। ਗੁਰੂ ਅਮਰਦਾਸ ਜੀ ਨੇ
ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਕਾ ਸਿੱਖ, ਗੁਰੂ ਕਾ ਰਿਸ਼ਤੇਦਾਰ, ਗੁਰੂ ਕਾ ਪੁੱਤਰ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨੇ। ਜਿਹੜਾ ਹੁਣ ਗੁਰੂ ਦੀ ਗੱਲ ਹੀ ਨਾ ਮੰਨੇ, ਫਿਰ ਕਹੇ ਜਿਵੇਂ ਗੁਰੂ ਕਾ ਪੁੱਤਰ ਆ। ਬਹੁਤ ਸਾਰੇ ਸਾਡੇ ਆਲੇ ਦੁਆਲੇ ਮਿਲਦੇ ਨੇ, ਕਹਿਣਗੇ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬੰਸ ਵਿੱਚੋਂ ਹਾਂ, ਸੋਢੀਆਂ ਬੇਦੀਆਂ, ਲੇਕਿਨ ਉਹਨਾਂ ਦਾ ਮੂੰਹ ਸਿਰ ਦੇਖੋ ਨਾ, ਉਹ ਹੋਰ ਹੀ ਕੁਝ ਲੱਗਦੇ ਨੇ। ਕਹੀ ਜਾਣਗੇ ਅਸੀਂ ਗੁਰੂ ਕੇ ਹਾਂ, ਤੇ ਭੋਲੀਆਂ ਭਾਲੀਆਂ ਸੰਗਤਾਂ ਐਵੇਂ ਉਹਨਾਂ ਨੂੰ ਮੱਥੇ ਟੇਕੀ ਚਲੀਆਂ ਜਾਂਦੀਆਂ ਨੇ। ਉਹਨਾਂ ਦੀ ਕੀ ਵਡਿਆਈ ਹੈ? ਗੁਰੂ ਕਾ ਸਿੱਖ ਤਾਂ ਉਹ ਹੈ ਜਿਹਦੀ ਸੁਰਤ ਵਿੱਚ ਗੁਰੂ ਕਾ ਸ਼ਬਦ ਵਸ ਗਿਆ, ਜਿਹਨੇ ਗੁਰੂ ਕੇ ਹੁਕਮ ਨੂੰ ਮੰਨਿਆ। ਹੁਣ ਜਿਹੜਾ ਗੁਰੂ ਕੇ ਹੁਕਮ ਨੂੰ ਮੰਨਦਾ ਹੀ ਨਹੀਂ ਹੈ, ਉਹ ਸਿੱਖ ਕਿਵੇਂ ਹੋ ਸਕਦਾ? ਕਦੀ ਨਹੀਂ ਹੋ ਸਕਦਾ। ਇਸ ਕਰਕੇ ਸਿੱਖ ਦਾ ਅਰਥ ਕੋਈ ਬਾਹਰੀ ਲਿਬਾਸ ਤੋਂ ਨਹੀਂ ਹੈ। ਸਿੱਖ ਦਾ ਅਰਥ ਹੈ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਨਾਲ ਜੋੜਨਾ। ਇਹ ਕਹਿਣ ਲੱਗੇ ਜੀ ਅਸੀਂ ਗੁਰੂ ਕੇ ਪੁੱਤਰ ਹਾਂ। ਹੁਣ ਗੁਰੂ ਕਾ ਪੁੱਤਰ ਝੁਕੇ ਕਿਸੇ ਅੱਗੇ, ਹੈਰਾਨੀ ਦੀ ਗੱਲ ਹੈ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕ ਦਿੱਤਾ ਰਾਮਦਾਸ ਜੀ ਨੂੰ ਕਿ ਤੁਸੀਂ ਗੁਰੂ ਹੋ। ਗੁਰੂ ਨਾਨਕ ਜੀ ਨੇ ਟੇਕ ਦਿੱਤਾ ਸੀ ਨਾ ਭਾਈ ਲਹਿਣਾ ਜੀ ਨੂੰ ਮੱਥਾ, ਲੈਣਿਆ ਤੂੰ ਅੱਜ ਤੋਂ ਮੇਰਾ ਗੁਰੂ ਤੇ ਮੈਂ ਤੇਰਾ ਸੇਵਕ। ਜੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅੱਗੇ ਸਾਰੀ ਦੁਨੀਆ ਝੁਕਦੀ ਸੀ, ਗੜ ਬਗਦਾਦ ਨਵਾਏ ਕਿ ਮੱਕਾ ਮਦੀਨਾ ਸਭੇ ਨਿਵਾਇਆ, ਸਿੱਧ 84 ਮੰਡਲੀ ਖੜ ਦਰਸ਼ਨ ਪਖੰਡ ਜਣਾਇਆ, ਪਤਾਲਾਂ ਆਕਾਸ਼ ਲਖ ਜੀਤੀ ਧਰਤੀ ਜਗ ਸਵਾਇਆ, ਜੀਤੀ ਨੌ ਖੜ ਵੇਦਨੀ ਸਤ ਨਾਮ ਦਾ ਚੱਕਰ ਫਿਰਾਇਆ। ਉਹ ਬਾਬਾ ਨਾਨਕ ਜੀ ਜਿਨ੍ਹਾਂ ਅੱਗੇ ਸਾਰੀ ਦੁਨੀਆ ਝੁਕਦੀ ਹੈ, ਜੇ ਬਾਬਾ ਨਾਨਕ ਜੀ ਝੁਕਦੇ ਨੇ ਤੇ ਸ੍ਰੀ ਚੰਦ ਕਹੇ ਜੀ ਮੈਂ ਤੁਹਾਡਾ ਪੁੱਤਰ ਮੈਂ ਨਹੀਂ ਝੁਕਣਾ, ਇਹ ਕੀ ਵਡਿਆਈ ਹੋਈ? ਜੇ ਗੁਰੂ ਅੰਗਦ ਦੇਵ ਜੀ ਝੁਕਦੇ ਨੇ ਤੇ ਬਾਬਾ ਦਾਤੂ ਕਹਿੰਦੇ ਜੀ ਮੈਂ ਨਹੀਂ ਝੁਕਦਾ, ਮੈਂ ਗੁਰੂ ਦਾ ਪੁੱਤਰ ਹਾਂ। ਹੁਣ ਗੁਰੂ ਝੁਕ ਰਿਹਾ ਤੇ ਪੁੱਤਰ ਕਹਿੰਦੇ ਅਸੀਂ ਝੁਕਣਾ ਹੀ ਨਹੀਂ ਹੈ। ਗੁਰੂ ਅਮਰਦਾਸ ਜੀ ਝੁਕ ਗਏ ਗੁਰੂ ਰਾਮਦਾਸ ਜੀ ਦੇ ਅੱਗੇ। ਉਹਨਾਂ ਨੇ ਕਿਹਾ ਤੁਸੀਂ ਵੀ ਮੱਥੇ ਟੇਕੋ। ਬਾਬਾ ਮੋਹਨ ਕਹਿਣ ਲੱਗੇ ਨਹੀਂ ਅਸੀਂ ਗੁਰੂ ਕੇ ਪੁੱਤਰ, ਅਸੀਂ ਤੇ ਝੁਕਣਾ ਹੀ ਨਹੀਂ ਹੈ। ਦਰਅਸਲ ਗੁਰੂ ਦੀ ਤੇ ਕੋਈ ਵਡਿਆਈ ਹੈ। ਕਈ ਵਾਰੀ ਬਜ਼ੁਰਗਾਂ ਦੀ ਬਹੁਤ ਵੱਡੀ ਵਡਿਆਈ ਹੁੰਦੀ ਹੈ, ਲੇਕਿਨ ਗਾਂ ਜਿਹੜੀ ਹੁੰਦੀ ਨਾ ਔਲਾਦ ਉਹਨਾਂ ਦੀ ਕਮਾਈ ਨਹੀਂ ਹੁੰਦੀ, ਉਦਾਂ ਹੀ ਆਕੜੇ ਫਿਰਦੇ ਨੇ, ਕਈ ਫਿਰ ਖਾਲੀ ਰਹਿ ਜਾਂਦੇ ਨੇ, ਉਹ ਦਾਤ ਲੈ ਨਹੀਂ ਸਕਦੇ। ਇਸੇ ਤਰੀਕੇ ਨਾਲ ਬਾਬਾ ਮੋਹਨ ਜੀ ਕਹਿਣ ਲੱਗੇ ਅਸੀਂ ਨਹੀਂ ਝੁਕਦੇ, ਅਸੀਂ ਗੁਰੂ ਦੇ ਪੁੱਤਰ ਹਾਂ। ਜਬ ਮੋਹਨ ਕੋ ਐਸੇ ਲਹਿਓ, ਪੁੱਤਰ ਦੂਸਰੇ ਸੋ ਤਬ ਕਹਿਓ। ਸਤਿਗੁਰੂ ਜੀ ਨੇ ਦੇਖਿਆ ਕਿ ਮੋਹਨ ਜਿਹੜਾ ਹੈ ਅੰਦਰੋਂ ਹੰਕਾਰ ਵਿੱਚ ਹੈ। ਸਤਿਗੁਰੂ ਜੀ ਨੇ ਆਪਣੇ ਦੂਸਰੇ ਪੁੱਤਰ ਮੋਹਰੀ ਜੀ ਨੂੰ ਸੰਬੋਧਨ ਕੀਤਾ ਹੈ, ਸਿੱਖੀ ਪਦ ਨੰਦਨ ਤੁਮ ਦਲੇਵੋ, ਨੈ ਦਲੇਵੋ ਤੋ ਅਬ ਕਹਿ ਦੇਵੋ। ਸਤਿਗੁਰੂ ਜੀ ਕਹਿਣਗੇ ਬੇਟਾ ਮੋਹਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ, ਸਿੱਖੀ ਪ੍ਰਾਪਤ ਕਰ ਲਓ। ਜੇ ਮੱਥਾ ਟੇਕੋਗੇ ਸਿੱਖੀ ਮਿਲ ਜਾਏਗੀ। ਹੁਣ ਜਿਹੜਾ ਗੁਰੂ ਨੂੰ ਮੱਥਾ ਹੀ ਨਹੀਂ ਟੇਕਦਾ ਉਹ ਕਿਵੇਂ ਸਿੱਖ ਹੋ ਸਕਦਾ ਹੈ? ਨਹੀਂ ਤੇ ਹੋਰ ਕੋਈ ਲੈ ਜਾਏਗਾ, ਸਿੱਖੀ ਵੀ ਤੁਹਾਡੇ ਘਰ 'ਚ ਨਹੀਂ ਰਹੇਗੀ। ਤੁਸੀਂ ਗੁਰਤਾ ਲੱਭਦੇ ਹੋ, ਸਿੱਖੀ ਵੀ ਤੁਹਾਡੇ ਘਰ 'ਚ ਨਹੀਂ ਰਹਿਣੀ ਜੇ ਤੁਸੀਂ ਮੱਥਾ ਨਾ ਟੇਕਿਆ ਤਾਂ। ਇਸ ਕਰਕੇ ਸਿੱਖੀ ਦਾ ਮਾਣ ਪ੍ਰਾਪਤ ਕਰ ਲਓ। ਸੁਨਤ ਮੋਹਰੀ ਹਿਰਦੇ ਵਿਚਾਰਾ, ਸ਼੍ਰੀ ਨਾਨਕ ਪ੍ਰਸਤਾਵ ਵਿਚਤਾਰਾ। ਬਾਬਾ ਮੋਹਰੀ ਜੀ ਉੱਠੇ ਨੇ, ਉਹਨਾਂ ਨੂੰ ਗੁਰੂ ਕੇ ਇਤਿਹਾਸ ਦਾ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਭਾਈ ਲਹਿਣਾ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੁਰੂ ਅਮਰਦਾਸ ਜੀ ਨੂੰ ਦਿੱਤੀ ਹੈ। ਇਵੇਂ ਇਹਨਾਂ ਦੀ ਇਹ ਮੌਜ ਹੈ। ਤੇ ਜਿਵੇਂ ਲਿਖਿਆ ਸੱਦ ਦੇ ਵਿੱਚ ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸੇ ਪੈਰੀ ਪਾਏ ਜੀਓ। ਮੋਹਰੀ ਜੀ ਸਨਮੁਖ ਹੋ ਗਏ, ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ। ਹੁਣ ਸ਼੍ਰੀ ਅੰਗਦ ਕੀ ਨਸ ਐਸੇ, ਸਰਬ ਬਿਰਤਾਂਤ ਵਿਚਾਰਿਓ ਤੈਸੇ। ਇਹ ਸਾਰਾ ਬਿਰਤਾਂਤ ਬਾਬਾ ਮੋਹਰੀ ਜੀ ਜਾਣਦੇ ਸਨ ਕਿ ਵੱਡੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਹੀ ਕੀਤਾ ਸੀ ਜਿਵੇਂ ਸਾਡੇ ਪਿਤਾ ਸਤਿਗੁਰੂ ਜੀ ਕਰ ਰਹੇ ਨੇ। ਇਹ ਸੋਚ ਕੇ ਜਿਸ ਕੇ ਜਾਗੇ ਭਾਗ ਵਡੇਰੇ, ਪੂਰਨ ਕਿਰਪਾ ਦ੍ਰਿਸ਼ਟ ਤੇ ਹੇਰੇ। ਜਿਸ ਦੇ ਭਾਗ ਜਾਗ ਪਏ ਭਾਈ ਉਹੀ ਗੁਰੂ ਚਰਨਾਂ ਨਾਲ ਜੁੜਦਾ ਹੈ। ਗੁਰੂ ਰਾਮਦਾਸ ਜੀ ਦਾ ਇੱਕ ਪਵਿੱਤਰ ਬਚਨ ਹੈ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੇ ਗੁਰ ਚਰਨੀ ਸਿੱਖ ਪੜ੍ਹਤੇ ਆ। ਸਿੱਖ ਹੋਣਾ ਬਹੁਤ ਵੱਡੀ ਵਡਿਆਈ ਹੈ। ਗੁਰੂ ਕਹਾਉਣ ਵਾਲੇ ਬਹੁਤ ਨੇ, ਹਰ ਬੰਦਾ ਗੁਰੂ ਹੀ ਬਣਨਾ ਚਾਹੁੰਦਾ, ਸਿੱਖ ਬਣਨਾ ਹੀ ਕੋਈ ਨਹੀਂ ਚਾਹੁੰਦਾ। ਗੁਰੂ ਹੀ ਨਹੀਂ, ਲੋਕੀ ਤੇ ਕਹਿੰਦੇ ਸਾਨੂੰ ਰੱਬ ਹੀ ਕਹਿ ਦਿਓ, ਤੁਸੀਂ ਸਿੱਧਾ ਹੀ ਰੱਬ ਬਣਨਾ ਚਾਹੁੰਦੇ ਨੇ। ਗੁਰੂ ਵੀ ਛੱਡ ਕੇ ਰੱਬ ਹੀ ਕਹਿੰਦੇ ਬਣ ਜਾਈਏ ਆਪਾਂ। ਲੇਕਿਨ ਸਿੱਖ ਬਣਨਾ ਬੜੀ ਵੱਡੇ ਭਾਗਾਂ ਦੀ ਗੱਲ ਹੈ। ਜਦੋਂ ਤੁਸੀਂ ਅੱਗੇ ਵਾਰਤਾ ਸਰਵਣ ਕਰੋਗੇ, ਭਾਈ ਸਾਹਿਬ ਜੀ ਕਹਿੰਦੇ ਜਦੋਂ ਮੋਹਰੀ ਆਏ ਸਨਮੁਖ ਮੱਥਾ ਟੇਕਿਆ ਉਹਨਾਂ ਨੇ, ਘਾਲੀ ਕਾਲ ਬਰੇ ਜਿਸ ਥਾਏ, ਇਸ ਵਡਿਆਈ ਕੋ ਸੋ ਪਾਏ। ਉਹਨਾਂ ਨੇ ਜੋ ਘਾਲਣਾ ਘਾਲੀ ਕਹਿੰਦੇ ਸਾਡੀ ਪ੍ਰਵਾਨ ਹੋ ਜਾਏ, ਇਸ ਕਰਕੇ ਕਰੈ ਈਰਖਾ ਕੈਸਿਓ ਕੋਈ, ਮਿਟੇ ਨਹੀਂ ਉਲਟੋ ਦੁਖ ਹੋਈ। ਹਾਂ, ਜਿਹੜਾ ਈਰਖਾ ਕਰੇਗਾ ਭਾਈ ਉਹਨੂੰ ਤੇ ਆਪ ਹੀ ਦੁੱਖ ਮਿਲੇਗਾ। ਈਰਖਾਲੂ ਬੰਦਾ ਕੋਈ ਵੀ ਹੋਏ, ਨਾਲੇ ਗੁਰੂ ਨਾਲ ਈਰਖਾ ਕਰਨ ਵਾਲਾ ਕਿਵੇਂ ਸੁਖੀ ਰਹਿ ਸਕਦਾ ਹੈ? ਗੁਰੂ ਕਾ ਨਿੰਦਕ ਕਦੀ ਸੁਖੀ ਨਹੀਂ ਰਹਿ ਸਕਦਾ। ਸਤਿਗੁਰੂ ਨਿਰਵੈਰ ਹੈ। ਹੁਣ ਗੁਰੂ ਨਾਲ ਕੋਈ ਵੈਰ ਹੀ ਕਮਾਈ ਜਾਏ,
ਨਿਰਵੈਰ ਪੁਰਖ ਨਾਲ ਵੈਰ ਕਮਾਏ ਉਹਨੂੰ ਸੁਖ ਨਹੀਂ ਮਿਲ ਸਕਦਾ। ਜਾਂ ਤੇ ਸ਼੍ਰੀ ਪਦ ਕੇ ਅਨੁਸਾਰੀ ਇਸ ਮਹਿ ਸ਼ੋਭਾ ਹੋਏ ਹਮਾਰੀ। ਮੋਰੀ ਜੀ ਕਹਿੰਦੇ ਇਸ ਕਰਕੇ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਮੰਨਣ ਚ ਹੀ ਸਾਡੀ ਵਡਿਆਈ ਹੈ, ਉਹਨਾਂ ਦੇ ਵਿਰੁੱਧ ਚੱਲਣ ਸਾਡਾ ਕੋ ਮਾਣ ਨਹੀਂ ਬਣੇਗਾ। ਇਮ ਵਿਚਾਰ ਕਰ ਠਾਂਡੋ ਹੋਆ ਸਗਰੀ ਸੰਗਤ ਨੇ ਤਬ ਜੋਵਾ। ਇਹ ਸਾਰੀ ਗੱਲਬਾਤ ਕਰਕੇ ਬਾਬਾ ਮੋਰੀ ਜੀ ਖੜੇ ਹੋ ਗਏ। ਸਾਰੀ ਸੰਗਤ ਨੇ ਦੇਖਿਆ ਕਿ ਮੋਰੀ ਜੀ ਅੱਗੇ ਹੋ ਗਏ ਹਨ। ਬੁੱਢੇ ਆਦ ਜਿ ਸੇਵਕ ਸਾਰੇ ਖਰੇ ਬਏ ਗੁਰ ਸੁਤ ਪਿਛਵਾਰੇ। ਸਭ ਤੋਂ ਪਹਿਲਾਂ ਬਾਬਾ ਮੋਰੀ ਜੀ ਆਏ ਸਾਹਮਣੇ। ਉਹਨਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਉਦੋਂ ਬਾਅਦ ਬਾਬਾ ਬੁੱਢਾ ਜੀ ਹੋਰ ਸਾਰੀ ਸੰਗਤ ਮਗਰ ਆ ਗਈ ਹੈ। ਮਾਨ ਮੋਹਰੀ ਪਿਤ ਕੇ ਬੈਨ ਕਰ ਆਨੰਦ ਜੁਤ ਫਲਿਅਤ ਨੈਣ। ਬਾਬਾ ਮੋਰੀ ਜੀ ਨੇ ਪਿਤਾ ਦੇ ਬਚਨ ਮੰਨ ਲਏ ਗੁਰੂ ਦੇ। ਸਤਿਗੁਰੂ ਜੀ ਪ੍ਰਸੰਨ ਨੇ, ਮੋਰੀ ਜੀ ਵੀ ਬੜੇ ਪ੍ਰਸੰਨ ਹਨ। ਰਾਮਦਾਸ ਕੇ ਚਰਨੀ ਪਰਿਓ ਧਨ ਧਨ ਸਭ ਹਿਨ ਤਬ ਕਰਿਓ। ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਬਾਬਾ ਮੋਰੀ ਜੀ ਨੇ। ਸਾਰੀ ਦੁਨੀਆ ਨੇ ਧੰਨ ਧੰਨ ਕਿਹਾ, ਇਹਨਾਂ ਦੀ ਵਡਿਆਈ ਕੀਤੀ ਹੈ। ਬਹੁ ਰੋ ਸਗਰੀ ਸੰਗਤ ਹੇਰ ਪਰੇ ਚਰਨ ਪਰ ਤਿਸ ਹੀ ਬੇਰ। ਸਾਰੀ ਸੰਗਤ ਨੇ ਦੇਖਿਆ, ਵਾਰੀ ਵਾਰੀ ਸਾਰਿਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਧਰ ਧਰ ਸਰਬ ਉਪਾਇ ਨੇ ਆਗੇ ਬੰਦੇ ਕਰ ਜੋਰੇ ਬੜ ਭਾਗੇ। ਸਾਰਿਆਂ ਨੇ ਭੇਟਾਵਾਂ ਗੁਰੂ ਚਰਨਾਂ 'ਚ ਰੱਖੀਆਂ, ਹੱਥ ਜੋੜ ਕੇ ਨਮਸਕਾਰ ਕੀਤੀ ਸਤਿਗੁਰੂ ਜੀ ਨੂੰ। ਸਥਿਤ ਬਏ ਸਭ ਹੀ ਤਿਸ ਕਾਲਾ ਬੋਲੇ ਸ੍ਰੀ ਗੁਰ ਅਮਰ ਕਿਰਪਾਲਾ। ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਕਿਰਪਾਲੂ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਿਹਾ ਹੈ। ਪੁੱਤਰ ਮੋਹਰੀ ਕਰੋ ਬਖਾਨਾ ਰਾਮਦਾਸ ਕੋ ਕਿਆ ਕਰ ਜਾਨਾ। ਸਤਿਗੁਰੂ ਜੀ ਕਹਿੰਦੇ ਕਿ ਬੇਟਾ ਮੋਹਰੀ, ਤੁਹਾਨੂੰ ਰਾਮਦਾਸ ਜੀ ਕੀ ਨਜ਼ਰ ਆ ਰਹੇ ਨੇ, ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ, ਇਹਨਾਂ ਦੀ ਵਡਿਆਈ ਕਿੰਨੀ ਕੁ ਤੁਸੀਂ ਜਾਣਦੇ ਹੋ। ਕਿਮ ਜਾਣੇ ਹਮ ਤੇ ਪਛਾਤੀ ਚਿਤ ਕੀ ਵ੍ਰਿਤੀ ਕਹੋ ਜਿਸ ਭਾਂਤੀ। ਬੇਟਾ ਮੈਂ ਤੇ ਬਿਰਧ ਹੋ ਗਿਆ, ਮੈਂ ਤੇ ਸਦਾ ਰਹਿਣਾ ਨਹੀਂ ਹੈ, ਮੇਰੇ ਤੋਂ ਬਾਅਦ ਰਾਮਦਾਸ ਜੀ ਹੋਣਗੇ ਗੁਰਗੱਦੀ ਤੇ। ਤੂੰ ਇਹਨਾਂ ਦੇ ਪ੍ਰਥਾਏ ਕੀ ਸੋਚੇਗਾ, ਇਹਨਾਂ ਦੇ ਪ੍ਰਥਾਏ ਤੂੰ ਕੀ ਆਪਣੇ ਮਨ ਚ ਪਿਆਰ ਸਰਦਾ ਰੱਖੇਗਾ, ਦੱਸ ਤੇਰੀ ਕੀ ਭਾਵਨਾ ਹੈ। ਹਾਥ ਜੋਰ ਤਬ ਸਭ ਮੈਂ ਕਹਿਓ ਸੁਨੋ ਪਿਤਾ ਜੀ ਮੈਂ ਜਿਮ ਲਹਿਓ। ਬਾਬਾ ਮੋਰੀ ਜੀ ਨੇ ਹੱਥ ਜੋੜ ਕੇ ਕਿਹਾ ਸਾਰਿਆਂ ਨੂੰ ਸੁਣਾ ਕੇ, ਪਿਤਾ ਜੀ ਦੇਖੋ ਜਿਵੇਂ ਮੈਂ ਸਮਝਿਆ ਜਾਂ ਜੋ ਮੈਨੂੰ ਗਿਆਨ ਹੋਇਆ ਹੈ। ਸ਼੍ਰੀ ਨਾਨਕ ਸ਼੍ਰੀ ਅੰਗਦ ਸੁਆਮੀ ਤ੍ਰਿਤੀਏ ਤੁਮ ਹੋ ਅੰਤਰ ਜਾਮੀ। ਉਹ ਗਿਆਨ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦਾ ਸਰੂਪ ਸਨ, ਉਹਨਾਂ ਦਾ ਰੂਪ ਸਨ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਤੁਸੀਂ ਉਹਨਾਂ ਦਾ ਰੂਪ ਹੋ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੋ। ਤੇ ਮਹਾਰਾਜ ਜੀ ਬਿਲਕੁਲ ਇਸੇ ਤਰੀਕੇ ਦੇ ਨਾਲ ਸੋ ਸਰੂਪ ਚੌਥਾ ਹੋਵਾ ਸ੍ਰੀ ਗੁਰੂ ਰਾਮਦਾਸੇਮ ਜੋਵਾ। ਮੈਂ ਗੁਰੂ ਰਾਮਦਾਸ ਜੀ ਨੂੰ ਤੁਹਾਡਾ ਹੀ ਸਰੂਪ ਜਾਣਦਾ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਜਾਣਦਾ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਸੁਭਾਏਮਾਨ ਹੋਏ ਨੇ, ਇਸ ਕਰਕੇ ਇਹ ਗੁਰੂ ਨਾਨਕ ਦਾ ਇਹ ਤੁਹਾਡਾ ਰੂਪ ਨੇ। ਸੁਨ ਗੁਰ ਜੋਤ ਸਭ ਪੈ ਪ੍ਰਸੰਨ ਪੁੱਤਰ ਮੋਹਰੀ ਤੂੰ ਬੜ ਧਨ। ਸਤਿਗੁਰੂ ਜੀ ਨੇ ਤੇ ਗੁਰੂ ਕੀ ਸੰਗਤ ਨੇ ਇਹ ਗੱਲਾਂ ਜਦੋਂ ਸੁਣੀਆਂ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬੇਟਾ ਤੂੰ ਧਨ ਹੈ, ਤੂੰ ਮਹਾਨ ਹੈ, ਜਿਹਨੂੰ ਗੁਰਤਾ ਦੀ ਵਡਿਆਈ ਦਾ ਪਤਾ ਲੱਗ ਗਿਆ ਹੈ। ਸਭ ਦੇ ਸ੍ਰੇਸ਼ਟ ਬੁੱਧ ਉਧਾਰੇ ਮਿਲਿਓ ਸਦਾ ਤੂੰ ਸੰਗ ਹਮਾਰੇ। ਪੁੱਤਰ ਤੇਰੀ ਮਤ ਬੜੀ ਸ੍ਰੇਸ਼ਟ ਹੈ, ਉੱਤਮ ਹੈ, ਤੂੰ ਸਦਾ ਸਾਡੇ ਨਾਲ ਮਿਲਿਆ ਰਹੇਗਾ। ਭਇਓ ਸਭਨ ਕੋ ਮੋਹਰੀ ਨਾਮ ਮੋਹਰੀ ਤੋਹੇ। ਦੇਖ ਤੇਰਾ ਨਾਮ ਮੋਹਰੀ ਹੈ, ਪਰ ਤੂੰ ਸਾਰਿਆਂ ਦਾ ਮੋਹਰੀ ਬਣ ਗਿਆ, ਆਗੂ ਬਣ ਗਿਆ। ਕਿਉਂਕਿ ਸਭ ਤੋਂ ਪਹਿਲਾਂ ਜਦ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਈਮਾਨ ਹੋਏ, ਸਭ ਤੋਂ ਪਹਿਲਾਂ ਪ੍ਰਥਮ ਮੱਥਾ ਟੇਕਿਆ ਬਾਬਾ ਮੋਹਰੀ ਜੀ ਨੇ। ਮੋਹਰੀ ਪੁੱਤ ਸਨਮੁਖ ਹੋਇਆ, ਇਸ ਕਰਕੇ ਸਤਿਗੁਰੂ ਜੀ ਕਹਿਣਗੇ ਤੂੰ ਮੋਹਰੀ ਹੈ ਤੇ ਤੂੰ ਮੋਹਰੀ ਬਣ ਗਿਆ, ਆਗੂ ਬਣ ਗਿਆ ਸਾਰਿਆਂ ਦਾ। ਕੀਨੋ ਸਾਰਥ ਕੋ ਸੋ ਅਬ ਮਮ ਵੇਦ ਭੇਦਤਾ ਹੋਏ। ਤੂੰ ਆਪਣੇ ਇਸ ਜੀਵਨ ਨੂੰ ਸਫਲ ਕਰ ਲਿਆ, ਸਾਰਥ ਦਾ ਅਰਥ ਹੈ ਅਰਥ ਸਮੇਤ ਕਰ ਲਿਆ। ਤੂੰ ਮੇਰੇ ਚ ਹੀ ਲੀਨ ਰਹੇਗਾ, ਮੇਰੇ ਨਾਲ ਜੁੜਿਆ ਰਹੇਗਾ। 21 ਕੁਲ ਹੋਏ ਸੰਤ ਉਧਾਰੇ ਤੁਮਨੇ 42 ਜਗ ਨਿਸਤਾਰੇ। ਸਤਿਗੁਰੂ ਜੀ ਨੇ ਇੱਕ ਗੱਲ ਕੀ ਕਿ ਆਮ ਪ੍ਰਚਲਿਤ ਗੱਲ ਹੈ ਕਿ ਰੱਬੀ ਪਿਆਰਿਆਂ ਦੀਆਂ 21 ਕੁਲਾਂ ਦਾ ਉਧਾਰ ਹੋ ਜਾਂਦਾ ਹੈ।
ਪਰ ਪੁੱਤਰ 21 ਛੱਡ ਤੂੰ ਤੇ ਆਪਣੀ 42 ਕੁਲਾਂ ਦਾ ਉਧਾਰ ਕਰ ਲਿਆ, ਭਾਵ ਤੂੰ ਆਪਣੀ ਬੰਸ ਨੂੰ ਉਜਲ ਕਰ ਲਿਆ ਸਮੁੱਚੀ ਨੂੰ। ਸੁਨਤ ਮੋਹਰੀ ਕੈ ਬੜ ਭਾਗੇ ਧਰਮ ਲਾਏ ਲੇਖਾ ਲੈ ਆਗੇ। ਮੋਰੀ ਜੀ ਨੇ ਉਸ ਵੇਲੇ ਗੱਲ ਕਹੀ, ਮਹਾਰਾਜ ਅਸੀਂ ਤਾਂ ਵੱਡੇ ਭਾਗੀ ਵਾਲੀਆਂ, ਅੱਗੇ ਧਰਮਰਾਜ ਨੂੰ ਲੇਖਾ ਵੀ ਤੇ ਦੇਣਾ ਹੈ, ਤੁਹਾਡੇ ਪਿਆਰ ਜੁੜ ਕੇ ਬਚ ਸਕਾਂਗੇ। ਦੇ ਲੇਖੇ ਤੇ ਜਬ ਛੁੱਟ ਜਾਈਐ ਤਬ ਉਦਾਰ ਨਿਜ ਕੁਲ ਕੋ ਪਈਐ। ਬਾਬਾ ਮੋਰੀ ਜੀ ਕਹਿਣ ਲੱਗੇ ਜਦੋਂ ਅਸੀਂ ਜ਼ਿੰਦਗੀ 'ਚ ਸੁਰਖਰੂ ਤਾਂ ਗਿਣੇ ਜਾਵਾਂਗੇ ਜੇ ਸਾਡੀ ਜ਼ਿੰਦਗੀ 'ਚੋਂ ਧਰਮਰਾਜ ਦਾ ਲੇਖਾ ਹੀ ਖਤਮ ਹੋ ਜਾਏ, ਫਿਰ ਸਾਡਾ ਕੁੱਲ ਜਿਹੜੀ ਉਦਰੀ ਗਿਣੀ ਜਾਏਗੀ। ਸੁਨ ਗੁਰ ਕਹਿਓ ਅਛਤ ਤਨ ਮੋਹੀ ਲੇਖਾ ਦਿਓ ਚੁਕਾਏ ਜੇ ਹੋਈ। ਉਹ ਸਤਿਗੁਰੂ ਜੀ ਕਹਿੰਦੇ ਤੇਰੇ ਲੇਖੇ ਸਭ ਖਤਮ ਹੋ ਗਏ, ਤੂੰ ਗੁਰੂ ਦੇ ਪਿਆਰ ਜੁੜ ਗਿਆ, ਮਹਾਨ ਬਣ ਗਿਆ ਹੈ। ਧਰਮ ਰਾਏ ਕੇ ਨਿਕਟ ਨ ਜੈ ਹੋ ਪੰਥ ਅਬਰ ਹੀ ਹਮ ਟਿਕੇ ਹੋ। ਇਹ ਤੇ ਜਮ ਕਾ ਮਾਰਗ ਦੂਰ ਰਿਹਾ। ਧਰਮ ਰਾਏ ਤਾਂ ਸੇਵਕ ਬਣ ਜਾਂਦੇ ਰੱਬੀ ਪਿਆਰਿਆਂ ਦਾ। ਧਰਮ ਰਾਏ ਤਾਂ ਕੋਈ ਬਹੁਤ ਵੱਡਾ ਨਹੀਂ ਹੈ। ਗੁਰਬਾਣੀ ਜਦੋਂ ਪੜੋ ਨਾ, ਧਰਮ ਰਾਏ ਨਾ ਹੁਕਮ ਹੈ ਸੱਚਾ ਧਰਮ ਵਿਚਾਰ ਦੋਏ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮ ਰਾਏ ਹੈ ਹਰ ਕਾ ਕੀਆ। ਧਰਮ ਰਾਏ ਤੇ ਰੱਬ ਦਾ ਬਣਾਇਆ ਇੱਕ ਕਰਿੰਦਾ ਹੈ, ਕੋਈ ਰੱਬ ਥੋੜੋ ਹੈ, ਰੱਬ ਦਾ ਬਣਾਇਆ ਹੋਇਆ। ਧਰਮ ਰਾਏ ਨੇ ਤੇ ਇੱਕ ਆਪਣੇ ਦੂਤਾਂ ਨੂੰ ਚੇਚੇ ਤੌਰ ਤੇ ਇੱਕ ਸਰਕੂਲਰ ਜਾਰੀ ਕੀਤਾ ਹੋਇਆ, ਆਰਡਰ ਜਾਰੀ ਕੀਤਾ ਹੈ ਕਿ ਜਿੱਥੇ ਰੱਬ ਦੇ ਪਿਆਰੇ ਹੋਣ ਨਾ ਉੱਥੇ ਨਾ ਚੱਲ ਜਿਓ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੋਟੇ ਨਿਕਟ ਨਾ ਜਾਈਓ। ਦੂਤੋ ਕਿਤੇ ਫਸ ਨਾ ਜਾਇਓ ਉੱਥੇ ਜਾ ਕੇ, ਮੇਰਾ ਵੀ ਬਚਣਾ ਔਖਾ ਹੋ ਜਾਣਾ ਹੈ। ਧਰਮਰਾਜ ਤਾਂ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪ੍ਰੀਤ। ਧਰਮਰਾਜ ਤੇ ਕਹਿੰਦਾ ਕਿ ਤੁਹਾਡੇ ਆਉਣ ਨਾਲ ਤੇ ਮੇਰਾ ਘਰ ਹੀ ਪਵਿੱਤਰ ਹੋ ਗਿਆ। ਧੰਨ ਭਾਗ ਮੱਥੇ ਟੇਕਦਾ ਰੱਬ ਦੇ ਪਿਆਰਿਆਂ ਨੂੰ ਧਰਮਰਾਜ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਧਰਮਰਾਜ ਦਾ ਲੇਖਾ ਹੀ ਦੂਰ ਰਹਿ ਗਿਆ ਹੁਣ। ਤੂੰ ਮਮ ਸਿੱਖ ਪੁਨੀਤ ਸੋ ਭਇਓ ਸਿੱਖੀ ਪਦ ਮੈਂ ਸੋ ਤੋ ਕਹਿਓ। ਤੂੰ ਮੇਰਾ ਪਿਆਰਾ ਸਿੱਖ ਬਣਿਆ। ਦੇਖੋ ਸਤਿਗੁਰੂ ਜੀ ਨੇ ਕਿ ਪੁੱਤਰ ਨੂੰ ਪਿਆਰਾ ਸਿੱਖ ਬਣ ਗਿਆ, ਤੈਨੂੰ ਸਿੱਖੀ ਦੀ ਦਾਤ ਦੇ ਦਿੱਤੀ ਹੈ। ਸੰਤਤ ਬ੍ਰਦੈ ਸਮੂਹ ਤੁਮਾਰੀ ਤਿਨ ਕੋ ਸਿੱਖੀ ਦੀਨ ਅਗਾਰੀ। ਤੇਰੀ ਸੰਤਾਨ ਵਧੇਗੀ, ਉਹਨੂੰ ਵੀ ਸਿੱਖੀ ਦੀ ਦਾਤ ਮਿਲੇਗੀ। ਤੋ ਕੁਲ ਪੂਜੈ ਮੋਕੋ ਨੀਤ ਅਬਰ ਨ ਚੀਤ ਤਰੇ ਕਬ ਪ੍ਰੀਤ। ਤੇਰੀ ਕੁਲ ਸਦਾ ਗੁਰੂ ਘਰ ਨਾਲ ਜੁੜੀ ਰਹੇਗੀ ਤੇ ਹੋਰ ਪਾਸੇ ਦੀ ਜਰਾ ਵੀ ਪ੍ਰੀਤ ਨਹੀਂ ਕਰੇਗੀ। ਮੈਂ ਹੀ ਦੇਵ ਸੁਪਿਤਰ ਜਠੇਰੇ ਮੈਂ ਹੀ ਇਸ਼ਟ ਦੇਵ ਕੁਲ ਤੇਰੇ। ਤੇਰੀ ਕੁਲ ਦੇ ਲੋਕਾਂ ਨੂੰ ਕਿਤੇ ਜਠੇਰਿਆਂ ਪਿਤਰਾਂ ਮਗਰ ਜਾਣ ਦੀ ਲੋੜ ਨਹੀਂ, ਉਹ ਗੁਰੂ ਘਰ ਨਾਲ ਜੁੜ ਕੇ ਇੱਥੋਂ ਹੀ ਸਭ ਕੁਝ ਉਹਨਾਂ ਨੂੰ ਮਿਲੇਗਾ। ਏਮ ਸੰਵਾਦ ਸੁਨਿਓ ਜਬ ਕਾਨ ਰਾਮਦਾਸ ਜੀ ਕੀਨ ਬਖਾਨ। ਇਹ ਗੱਲਬਾਤ ਸਤਿਗੁਰੂ ਜੀ ਦੇ ਮੁਖ ਤੋਂ ਜਦੋਂ ਸੁਣੀ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ ਹੈ। ਅਦਕ ਪ੍ਰੇਮ ਲੋਚਨ ਜਲ ਛਾਵਾ ਗੁਰ ਚਰਿਤ੍ਰ ਹੇਰਤ ਬਿਸਮਾਵਾ। ਉਹਨਾਂ ਦੇ ਮਨ 'ਚ ਪਿਆਰ ਭਰਿਆ ਪਿਆ। ਤੁਸੀਂ ਗੁਰੂ ਰਾਮਦਾਸ ਜੀ ਦੀ ਬਾਣੀ ਪੜੋਗੇ ਨਾ, ਪਿਆਰ ਜਿਹੜਾ ਨਾ ਉਛਲ ਉਛਲ ਕੇ ਬਾਹਰ ਹੁੰਦਾ। ਮੈਂ ਨੀਰ ਵਹਿ ਵਹਿ ਚੱਲੇ ਜੀਓ ਮੈਂ ਗੁਰ ਦੇਖੇ ਨੀਂਦ ਨਾ ਆਵੇ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣੇ ਆਲੇ ਅਣੀਆਂ ਰਾਮ ਰਾਜੇ। ਇੱਕ ਇੱਕ ਪੰਕਤੀ ਵਿੱਚੋਂ ਪਿਆਰ ਦੇ ਫੁਹਾਰੇ ਫੁੱਟਦੇ ਨੇ। ਉਹਨਾਂ ਦੀ ਬਾਣੀ ਜਿਹੜੀ ਹੈ ਉਹ ਪਿਆਰ ਭਿੰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਬੜੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹਨ, ਸ਼੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ ਆਪ ਮੋਹਰੀ ਕੋ ਗੁਰ ਕੀਜੈ। ਸਤਿਗੁਰੂ ਜੀ ਮੇਰੀ ਬੇਨਤੀ ਜੇ ਤੁਸੀਂ ਮੰਨ ਲਓ ਨਾ, ਗੁਰਤਾ ਗੱਦੀ ਤੇ ਮੋਹਰੀ ਜੀ ਨੂੰ ਬਿਠਾ ਦਿਓ, ਤੁਸੀਂ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਮੈਂ ਤੇ ਸਿੱਖ ਹੀ ਬਣਨਾ ਚਾਹੁੰਦਾ। ਜਦੋਂ ਪਹਿਲਾਂ ਇਹ ਘਟਨਾ ਵਾਪਰੀ ਸੀ, ਭਾਈ ਪਾਰੋ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾਰੋ ਬਖਸ਼ੋ ਤਾਂ ਹੈ ਮੈਂ ਜਗ ਗੁਰੇ ਆਈ ਪਰਉਪਕਾਰ ਕਰ ਕੇ ਤਾਈ ਭਗਤ ਜਗਤ ਅਦਕ ਬਿਥਾਰੋ। ਕਹਿਣ ਲੱਗੇ ਕਿ ਭਾਈ ਪਾਰੋ ਤੁਹਾਨੂੰ ਮੈਂ ਗੁਰਤਾ ਗੱਦੀ ਦਿੰਦਾ, ਤੁਸੀਂ ਗੁਰਤਾ ਗੱਦੀ ਤੇ ਬੈਠ ਕੇ ਪਰਉਪਕਾਰ ਕਰੋ, ਲੋਕਾਂ ਨੂੰ ਸਿੱਖੀ ਨਾਲ ਜੋੜੋ। ਤੇ ਭਾਈ ਪਾਰੋ ਜੀ ਨੇ ਪਤਾ ਕੀ ਕਿਹਾ ਸੀ, ਕਰ ਜੋਰੇ ਪਾਰੋ ਪਗ ਪਰਿਓ ਤਰਾਹੇ ਤਰਾਹੇ ਕਰ ਬਚਨ ਉਚਰਿਓ। ਪ੍ਰਭ ਜੀ ਗੁਰਸਿੱਖੀ ਮੋਹਿ ਪਾਵੈ ਗੁਰੇ ਆਈ ਸਤਿਗੁਰੂ ਸੁਹਾਵੈ। ਮਹਾਰਾਜ ਮੈਨੂੰ ਤਾਂ ਸਿੱਖੀ ਚੰਗੀ ਲੱਗਦੀ, ਮੈਨੂੰ ਸਿੱਖੀ ਦੀ ਦਾਤ ਦਿਓ, ਗੁਰਿਆਈ ਨਹੀਂ ਚਾਹੀਦੀ। ਰਾਮਦਾਸ ਜੀ ਮਹਾਰਾਜ ਵੀ ਕਹਿੰਦੇ, ਮਹਾਰਾਜ ਮੈਨੂੰ ਸਿੱਖੀ ਦੇ ਦਿਓ, ਗੁਰਿਆਈ ਇਹਨਾਂ ਨੂੰ ਦੇ ਦਿਓ, ਮੈਨੂੰ ਤਾਂ ਸਿੱਖੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਨੂੰ ਕਿੰਨਾ ਮਹਾਨ ਬਣਾਇਆ। ਅਸੀਂ ਆਪਣੇ ਬਜ਼ੁਰਗਾਂ ਨੂੰ ਚੇਤੇ ਕਰਦੇ ਹਾਂ ਨਾ, ਜਿਹੜੇ ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਿਰਵਾਏ, ਖੋਪਰੀਆਂ ਉਤਰਾਈਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੇਮੁਖਾਂ ਨੂੰ ਨਹੀਂ ਕੋਈ ਯਾਦ ਕਰਦਾ, ਜਿਨ੍ਹਾਂ ਨੇ ਦੁਨੀਆ ਦੀ ਖਾਤਰ ਸਿੱਖੀ ਨੂੰ ਵੇਚ ਦਿੱਤਾ ਜਾਂ ਸਿੱਖੀ ਨੂੰ ਕੁਰਬਾਨ ਕਰਤਾ, ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ।
ਯਾਦ ਤੇ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਦਾ ਅਰਥ ਕੀ ਹੈ। ਸਿੱਖੀ ਦਾ ਅਰਥ ਹੈ ਕਿ ਮਨੁੱਖਤਾ ਦੇ ਭਲੇ ਲਈ ਵਿਚਰਨਾ। ਸਿੱਖੀ ਦਾ ਅਰਥ ਹੈ ਕਿ ਮਾਨਵਤਾ ਦੀ ਸੁਤੰਤਰਤਾ ਦੇ ਲਈ ਸੰਘਰਸ਼ ਕਰਨਾ। ਸਿੱਖੀ ਦਾ ਅਰਥ ਹੈ ਸਮਾਜ ਵਿੱਚ ਬੁਰਾਈਆਂ ਦੀ ਵਿਰੋਧਤਾ ਕਰਨੀ, ਸਮਾਜ ਵਿੱਚੋਂ ਔਗੁਣਾਂ ਨੂੰ ਦੂਰ ਕਰਨ ਦੇ ਲਈ ਸੰਘਰਸ਼ ਕਰਨਾ। ਇਸ ਕਰਕੇ ਇਹ ਸਿੱਖੀ ਹੈ। ਜੇ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਤੇ ਇਸ ਕਰਕੇ ਕਿ ਉਹਨਾਂ ਨੇ ਮਨੁੱਖਤਾ ਲਈ ਕੁਝ ਕੀਤਾ ਹੈ। ਇਸ ਕਰਕੇ ਨਹੀਂ ਕਿ ਉਹਨਾਂ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਜਾਂ ਸਿੱਖੀ ਕੁਰਬਾਨ ਕਰਤੀ ਹੈ। ਬੜੇ ਨੇ ਇਹੋ ਜਿਹੇ ਹੁਣ ਵੀ ਹੋਏ ਹੋਣਗੇ ਪਹਿਲਾਂ ਵੀ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ। ਦੇਖੋ ਅਸੀਂ ਗੁਰੂ ਸਾਹਿਬਾਂ ਨੂੰ ਚੇਤੇ ਕਰਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ। ਹੋਰ ਸਾਹਿਬਜ਼ਾਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ ਦੋ ਹੋਰ ਸਾਹਿਬਜ਼ਾਦੇ ਨੇ, ਜਾਂ ਹੋਰ ਰਾਮ ਜਾਹਿਰ ਜੀ ਨੇ। ਉਹਨਾਂ ਨੂੰ ਤਾਂ ਨਹੀਂ ਚੇਤੇ ਕਰਦੇ ਅਰਦਾਸ ਚ ਆਪਾਂ, ਹਾਲਾਂਕਿ ਉਹ ਵੀ ਗੁਰੂ ਪੁੱਤਰ ਨੇ। ਅਸੀਂ ਯਾਦ ਉਹਨਾਂ ਨੂੰ ਕਰਦੇ ਹਾਂ ਜਿਨ੍ਹਾਂ ਨੇ ਸਿੱਖੀ ਮਾਰਗ ਤੇ ਚੱਲ ਗਏ। ਸਿੱਖੀ ਦਾ ਮਾਰਗ ਦਾ ਅਰਥ ਕੋਈ ਡੇਰੇ ਬਣਾਉਣ ਤੋਂ ਨਹੀਂ ਹੈ। ਰਾਮ ਰਾਏ ਨੇ ਬੜਾ ਤਗੜਾ ਬਣਾ ਲਿਆ, ਤੁਸੀਂ ਅੱਜ ਵੀ ਦੇਹਰਾਦੂਨ ਜਾਓ ਦੀ ਬੜੀ ਤਗੜੀ ਜਾਇਦਾਦ ਹੈ। ਧੀਰਮਲ ਨੇ ਬੜੀ ਪ੍ਰਾਪਰਟੀ ਬਣਾ ਲਈ ਸੀ, ਅੱਜ ਵੀ ਧੀਰਮਲ ਦੇ ਮਾਰਗ ਤੇ ਚੱਲਣ ਵਾਲੇ ਸਾਡੇ ਬੜੇ ਲੋਕ ਨੇ ਜਿਹੜੇ ਕਹਿੰਦੇ ਬਸ ਜਾਇਦਾਦ ਬਣਨੀ ਚਾਹੀਦੀ, ਸਿੱਖੀ ਪੈਖੂ ਖਾਤੇ ਚ ਆਪਾਂ ਕੀ ਲੈਣਾ। ਲੇਕਿਨ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਸਿਰ ਤਲੀ ਤੇ ਰੱਖ ਕੇ ਮਨੁੱਖਤਾ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਜਿਵੇਂ ਰਾਮਦਾਸ ਜੀ ਬੇਨਤੀ ਕਰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਬਚਨ ਕਹਿਣਗੇ ਇਹ ਵਾਰਤਾ ਆਪ ਜੀ ਸ਼ਰਵਣ ਕਰੋਗੇ। ਗੁਰੂ ਰਾਮਦਾਸ ਜੀ ਕਹਿੰਦੇ ਮੈਨੂੰ ਸਿੱਖੀ ਦੀ ਦਾਤ ਦੇ ਦਿਓ, ਗੁਰਤਾ ਗੱਦੀ ਤੇ ਮੋਹਰੀ ਜੀ ਨੂੰ ਬਿਠਾ ਦਿਓ। ਅਗਲੀ ਵਾਰਤਾ ਕੱਲ ਨੂੰ ਸ਼ਰਵਣ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।